ਪੰਕਜ ਬੰਦਨ ਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਪੁੰਨ ਸ਼੍ਰੀ ਗੁਰ ਸੰਗ ਬੁੱਢਾ ਬੋਲਿਓ। ਬਾਲਕ ਦਰਸ਼ਨ ਦੇਹੋ ਦਿਖਰਾਏ। ਮਹਿਦ ਲਾਲਸਾ ਮਨ ਮੈਂ ਹੈ ਮੇਰੇ। ਮਾਤ ਗਰਭ ਤੇ ਭਾਚਿਤ ਚਾਏ। ਜਿਨ ਕੇ ਕਾਰਨ ਭਏ ਸ਼ਗੁਨ ਸ਼ੁਭ। ਪਿਖੇ ਅਚਾਨਕ ਮੈਂ ਬਿਸਮਾਏ। ਜਿਸ ਹਿਤ ਜਨਨੀ ਭਈ ਨ ਮਿਰਤਾ। ਅਨਕ ਜਤਨ ਤੇ ਅਬ ਸੁਤ ਪਾਏ। ਪੁੰਨ ਸ਼੍ਰੀ ਗੁਰ ਸੰਗ ਬੁੱਢਾ ਬੋਲਿਓ। ਬਾਲਕ ਦਰਸ਼ਨ ਦੇਹੋ ਦਿਖਰਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ
ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੂਹ ਸੰਗਤ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਹੋ ਕੇ ਆਪ ਸਮੂਹ ਸੰਗਤ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕਰ ਰਹੇ ਸੀਗੇ। ਆਓ ਸਾਰੀ ਸੰਗਤ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਗੁਰੂ ਸਾਹਿਬ ਜੀ ਦਾ ਮਹਾਨ ਪਵਿੱਤਰ ਇਤਿਹਾਸ ਆਪ ਜੀ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸਾਧ ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਹੈ। ਆਗਮਨ ਦਾ ਪ੍ਰਸੰਗ ਸੁਣਿਆ, ਕਿਵੇਂ ਦਾਈ ਨੇ ਮਹਾਰਾਜ ਦੇ ਦਰਸ਼ਨ ਕੀਤੇ। ਦਾਈ ਆਪੇ ਤੋਂ ਹੀ ਬਾਹਰ ਹੋ ਗਈ ਜੀ। ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ। ਬਹੁਤ ਆਨੰਦ ਖੁਸ਼ੀ ਜਿਹੜੀ ਹੈ ਗੁਰੂ ਕੀ ਵਡਾਲੀ ਵਿੱਚ ਸਾਧ ਸੰਗਤ ਦੀ ਹੋਈ ਹੈ। ਜਿਸ ਸਮੇਂ ਮਹਾਰਾਜ ਜੀ ਦਾ ਆਗਮਨ ਹੋਇਆ, ਗੁਪਤ ਰੂਪ ਵਿੱਚ ਆ ਕੇ ਦੇਵਤਿਆਂ ਨੇ ਵੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਜੀ। ਦਾਸ ਬੜੀ ਵਾਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਚੁੱਕਿਆ ਹੈ। ਪ੍ਰਗਟ ਦੁਨੀਆ ਤੇ ਗੁਪਤ ਦੁਨੀਆ ਦੋ ਤਰ੍ਹਾਂ ਦੀਆਂ ਹਨ। ਗੁਪਤ ਰੂਪ ਦੇ ਵਿੱਚ ਵੀ ਜਿਹੜੀ ਦੁਨੀਆ ਹੈ ਨਾ, ਉਹ ਵੀ ਆਪਣਾ ਪੂਰਾ ਅਸਰ ਰੱਖਦੀ ਹੈ। ਸੋ ਧੰਨ ਗੁਰੂ ਨਾਨਕ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਗਮਨ ਹੋਇਆ, ਗੁਪਤ ਰੂਪ ਵਾਲਿਆਂ ਨੇ ਵੀ ਖੁਸ਼ੀ ਮਨਾਈ ਹੈ ਤੇ ਪ੍ਰਗਟ ਰੂਪ ਵਾਲਿਆਂ ਵੀ ਖੁਸ਼ੀ ਮਨਾਈ ਹੈ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਸੰਦੇਸ਼ਾ ਪਹੁੰਚਿਆ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਦੇ ਨਾਲ ਚੱਲ ਕੇ ਆਏ ਆ। ਪਹਿਲਾਂ ਅੰਮ੍ਰਿਤ ਵੇਲੇ ਗੁਰੂ ਅਰਜਨ ਸਾਹਿਬ ਜੀ ਨੂੰ ਸੁਨੇਹਾ ਮਿਲਿਆ, ਮਹਾਰਾਜ ਵਧਾਈ ਹੋਵੇ, ਆਪ ਜੀ ਦੇ ਗ੍ਰਹਿ ਵਿਖੇ ਪੁੱਤਰ ਦਾ ਜਨਮ ਹੋਇਆ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੁਣਦਿਆਂ ਸਾਰ ਹੀ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਜੀ। ਸ਼ੁਕਰ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਆਸਣ ਤੇ ਸੱਜ ਗਏ। ਰਬਾਬੀ ਆਏ। ਹਜੂਰ ਮਹਾਰਾਜ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ, ਸਤਿਗੁਰ ਸਾਚੇ ਦੀਆ ਭੇਜ। ਇਹ ਸ਼ਬਦ ਮਹਾਰਾਜ ਨੇ ਉਚਾਰਿਆ, ਜਿਹਦੀ ਸੰਪੂਰਨਤਾ ਗੁਰੂ ਅਰਜਨ ਸਾਹਿਬ ਜੀ ਨੇ ਇੱਥੇ ਕੀਤੀ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇੱਥੇ ਮਹਾਰਾਜ ਜੀ ਨੇ ਸੰਪੂਰਨਤਾ ਕੀਤੀ ਹੈ। ਅਗਲਾ ਸ਼ਬਦ ਬਿਲਾਵਲ ਰਾਗ ਵਿੱਚ ਮਹਾਰਾਜ ਨੇ ਉਚਾਰਿਆ ਜੀ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ। ਇਹਦੇ ਵਿੱਚ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਦੱਸਿਆ, ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਹੈ, ਮਨ ਇੱਛਤ ਫਲ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀ, ਇਹ ਮਤ ਸੋਚੋ, ਕਈ ਪ੍ਰੇਮੀ ਇਹ ਵੀ ਕਹਿ ਸਕਦੇ ਆ ਇੰਨਾ ਲੰਮਾ ਸਮਾਂ ਸੰਤਾਨ ਨਹੀਂ ਹੋਈ। ਇਹਦਾ ਕਾਰਨ ਇਹ ਹੈ, ਮਾਤਾ ਗੰਗਾ ਜੀ ਦੀ ਭਗਤੀ ਬਣਨੀ ਹੈ, ਪੁੰਨ ਬਣਨੇ ਆ, ਤਾਂ ਜਾ ਕੇ ਇੰਨੀ ਵੱਡੀ ਸੰਤਾਨ ਦਾ ਜਨਮ ਹੋਣਾ ਸੀਗਾ ਜੀ। ਛੇਵੇਂ ਪਾਤਸ਼ਾਹ ਮਹਾਰਾਜ ਕਿਤੇ ਕੋਈ ਛੋਟੀ ਗੱਲ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਦਾਤੇ ਨੇ, ਬਹੁਤ ਵੱਡੇ ਦਾਤੇ ਨੇ, ਇੰਨੇ ਵੱਡੇ ਦਾਤੇ ਨੇ ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ। ਸਾਧ ਸੰਗਤ ਜੀ, ਹਜੂਰ ਮਹਾਰਾਜ ਜੀ ਦੇ ਸੁਨੇਹਾ ਭਿਜਵਾਇਆ ਬਾਬਾ ਬੁੱਢਾ ਸਾਹਿਬ ਜੀ ਨੂੰ। ਦਿਨ ਚੜ੍ਹੇ ਬਾਬਾ ਬੁੱਢਾ ਸਾਹਿਬ ਜੀ ਆਏ ਆ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਭਾਈ ਗੁਰਦਾਸ ਜੀ ਆਏ ਆ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਵਧਾਈ ਹੋਵੇ। ਤੇ ਗੁਰੂ ਅਰਜਨ ਸਾਹਿਬ ਹੱਥ ਜੋੜ ਕੇ ਅੱਗੋਂ ਕਹਿੰਦੇ ਆ, ਬਾਬਾ ਜੀ ਆਪ ਜੀ ਨੇ ਹੀ ਵਰ ਦਿੱਤਾ, ਤੁਹਾਡਾ ਵਰ ਫਲੀਭੂਤ ਹੋਇਆ, ਤੁਹਾਡੀ ਅਰਦਾਸ ਸੁਣੀ ਗਈ ਹੈ। ਸਾਧ ਸੰਗਤ ਜੀ, ਇਹ ਬਚਨ ਆਪ ਜੀ ਨੇ ਸਰਵਣ ਕੀਤੇ। ਬੇਅੰਤ ਲੋਕ ਆਏ ਆ ਦਰਸ਼ਨਾਂ ਵਾਸਤੇ। ਵਡਾਲੀ ਦੇ ਵਿੱਚ ਬਹੁਤੀਆਂ ਹੀ ਖੁਸ਼ੀਆਂ ਜਿਹੜੀਆਂ ਨੇ ਉਹ ਮਨਾਈਆਂ ਗਈਆਂ ਹਨ ਤੇ ਬਹੁਤ ਉਤਸ਼ਾਹ ਭਰਿਆ ਮਾਹੌਲ ਹੈ ਵਡਾਲੀ ਦੇ ਵਿੱਚ। ਘਰਾਂ ਨੂੰ ਸਜਾਇਆ ਗਿਆ,
ਲੋਕ ਨਵੇਂ ਨਵੇਂ ਕੱਪੜੇ ਪਾ ਕੇ ਆ ਰਹੇ ਆ, ਲੰਗਰ ਖੂਬ ਚੱਲ ਰਹੇ ਆ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ ਪਿਆਰ ਦੇ ਨਾਲ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਜੀ ਧੰਨ ਸ੍ਰੀ ਗੁਰੂ ਮਹਾਰਾਜ। ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਮਹਾਰਾਜ। ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਪੁੰਨ ਸ੍ਰੀ ਗੁਰ ਸੰਗ ਬੁੱਢਾ ਬੋਲਿਓ, ਬਾਰਕ ਦਰਸ਼ਨ ਦੇਹੋ ਦਿਖਰਾਏ। ਬਾਬਾ ਬੁੱਢਾ ਸਾਹਿਬ ਉਸ ਜਗ੍ਹਾ ਤੇ ਜਾ ਕੇ ਮਿਲੇ ਆ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਸ਼ੇਹਰਟਾ ਸਾਹਿਬ ਹੈ ਜੀ। ਤੇ ਬਾਬਾ ਬੁੱਢਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਬਾਬਾ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ ਸਾਨੂੰ ਵੀ ਦਰਸ਼ਨ ਕਰਾ ਦਿਓ ਬਾਲਕ ਦੇ। ਮਹਾਰਾਜ ਸਾਨੂੰ ਵੀ ਦਰਸ਼ਨ ਕਰਾਓ। ਮਹਿਦ ਲਾਲਸਾ ਮਨ ਮੈਂ ਹੈ ਮੇਰੇ, ਮਾਤ ਗਰਭ ਤੇ ਭਾਚਿਤ ਚਾਏ। ਧੰਨ ਬਾਬਾ ਬੁੱਢਾ ਸਾਹਿਬ ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਜਿਸ ਦਿਨ ਦੇ ਬਾਲਕ ਨੇ ਉਧਰੈ ਮਾਹੇ ਆਏ ਕੀਆ ਨਿਵਾਸ, ਮਹਾਰਾਜ ਉਸ ਦਿਨ ਦੀਆਂ ਹੀ ਮੇਰੇ ਮਨ ਵਿੱਚ ਬੜੀਆਂ ਇੱਛਾਵਾਂ ਹਨ। ਮਹਿਦ ਲਾਲਸਾਂ, ਲਾਲਸਾਂ ਉੱਤੇ ਬਿੰਦੀ ਪਾਈ ਕਵੀ ਸੰਤੋਖ ਸਿੰਘ ਜੀ ਨੇ। ਇਹਦਾ ਭਾਵ ਹੈ ਵੀ ਮੇਰੇ ਮਨ ਵਿੱਚ ਬਹੁਤੀਆਂ ਹੀ ਇੱਛਾਵਾਂ ਸਨ ਉਸ ਦਿਨ ਤੋਂ। ਹਾਂਜੀ। ਜਿਸ ਕੇ ਕਾਰਨ ਭਏ ਸ਼ਗੁਨ ਸ਼ੁਭ, ਪਿਖੇ ਅਚਾਨਕ ਮੈਂ ਬਿਸਮਾਏ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਜਦੋਂ ਮੈਂ ਅਰਦਾਸ ਕੀਤੀ ਹੈ ਨਾ ਵੀ ਜੋਧਾ ਪੁੱਤਰ ਪੈਦਾ ਹੋਵੇ, ਮਹਾਰਾਜ ਉਦੋਂ ਸ਼ਗਨ ਬੜੇ ਸ਼ੁਭ ਬਣੇ ਸਨ ਜੀ। ਮਹਾਰਾਜ ਮੈਂ ਵੀ ਹੈਰਾਨ ਸਾਂ, ਬੱਦਲ ਗੱਜ ਰਹੇ ਸਨ, ਬਿਜਲੀ ਚਮਕ ਰਹੀ ਸੀਗੀ, ਜੋਧਿਆਂ ਵਾਲਾ ਮਾਹੌਲ ਬਣਿਆ ਹੋਇਆ ਸੀ। ਮਹਾਰਾਜ ਮੈਂ ਵੀ ਉਦੋਂ ਬੜਾ ਹੈਰਾਨ ਸਾਂ। ਹਾਂਜੀ। ਜਿਸ ਹਿਤ ਜਨਨੀ ਭਈ ਨ ਮਿਰਤਾ, ਅਨਿਕ ਜਤਨ ਤੇ ਅਬ ਸੁਤ ਪਾਏ। ਜਿਨ੍ਹਾਂ ਵਾਸਤੇ ਮਾਤਾ ਗੰਗਾ ਜੀ ਨੇ ਇੰਨਾ ਕਸ਼ਟ ਧਾਰਨ ਕੀਤਾ, ਨੰਗੇ ਪੈਰ ਕਿੱਥੇ ਚੱਲ ਕੇ ਗਏ, ਇੰਨੀ ਨਿਮਰਤਾ ਵਿਖਾਈ ਹੈ ਤੇ ਬੜੇ ਯਤਨਾਂ ਦੇ ਨਾਲ ਮਿਹਰ ਹੋਈ ਹੈ। ਤੇ ਮਹਾਰਾਜ ਹੁਣ ਕਿਰਪਾ ਕਰੋ ਤੇ ਮੈਨੂੰ ਦਰਸ਼ਨ ਹੀ ਕਰਾ ਦਿਓ। ਇਹ ਕੌਣ ਕਹਿ ਰਿਹਾ? ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਜੀ। ਹਾਂਜੀ। ਸ਼੍ਰੀ ਅਰਜਨ ਕਹਿ ਤਾਏ ਹਕਾਰੀ, ਲੇਹੋ ਬ੍ਰਿਧ ਕੋ ਸੰਗ ਸਿਧਾਰ। ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਚੱਲੇ ਆ, ਪਰ ਦਾਈ ਨੂੰ ਪਹਿਲਾਂ ਹੀ ਦੱਸ ਦਿੱਤਾ, ਭਾਈ ਤਿਆਰੀ ਰੱਖੋ, ਬਾਬਾ ਬੁੱਢਾ ਸਾਹਿਬ ਜੀ ਆ ਰਹੇ ਆ। ਨਾਲੇ ਦਾਈ ਨੂੰ ਕਿਹਾ ਬਾਬਾ ਜੀ ਨੂੰ ਨਾਲ ਲੈ ਕੇ ਚੱਲੋ। ਹਾਂਜੀ। ਅੰਤਰ ਸਦਨ ਦੇਖਾਵੋ ਹੋ ਬਾਰਿਕ, ਗੁਰੂ ਨਾਨਕ ਕੋ ਨਾਮ ਉਚਾਰ। ਕਹਿਣ ਲੱਗੇ ਅੰਦਰ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾ ਕੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਓ, ਬਾਲਕ ਦੇ ਦਰਸ਼ਨ ਕਰਾਓ, ਪਰ ਗੁਰੂ ਨਾਨਕ ਕੋ ਨਾਮ ਉਚਾਰ। ਕਹਿਣ ਲੱਗੇ ਜਦੋਂ ਦੇਣਾ ਹੈ ਨਾ ਬਾਲਕ ਨੂੰ, ਬਾਬਾ ਜੀ ਨੂੰ ਦਰਸ਼ਨ ਕਰਾਉਣੇ ਐ, ਤੇ ਉਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣਾ ਹੈ। ਪਿਆਰ ਨਾਲ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਕੋਈ ਕੰਮ ਕਰਨਾ ਹੈ, ਕਿਸੇ ਨੂੰ ਮਿਲਣਾ ਹੈ, ਗਿਣਨਾ ਹੈ, ਕੁਝ ਛਕਣਾ ਹੈ, ਇੰਨਾ ਕੀ ਬੰਦਾ ਨੇਮ ਬਣਾ ਲੇ ਤਾਂ ਵੀ ਬੜਾ ਭਲਾ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਇੰਨਾ ਹੀ ਕਹਿ ਲੈ, ਇਹਦੇ ਨਾਲ ਹੀ ਬੜਾ ਭਲਾ ਹੋ ਜਾਂਦਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਦਰਸ਼ਨ ਕਰਾਓ। ਹਾਂਜੀ। ਅਪਰ ਨਾ ਡਰ ਕਰੀਐ, ਹਰਿ ਖਾਵੋ ਹੋ ਰਛਕ, ਜਿਸ ਕੇ ਸ਼੍ਰੀ ਕਰਤਾਰ। ਕਿਉਂ ਦਾਈਆਂ ਨੂੰ ਹੁੰਦਾ ਹੈ ਨਾ ਵੀ ਅਸੀਂ ਅਜੇ ਨਹੀਂ, ਬਾਲਕ ਨੂੰ ਕਿਸੇ ਨੂੰ ਫੜਾਉਣਾ ਨਹੀਂ ਹੈ ਤੇ ਬਾਹਰ ਨਹੀਂ, ਅਜੇ ਕਮਰੇ ਚੋਂ ਬਾਹਰ ਨਹੀਂ ਲੈ ਕੇ ਆਉਣਾ, ਇਸ ਤਰ੍ਹਾਂ ਦੀਆਂ ਦਾਈਆਂ ਗੱਲਾਂ ਕਰਦੀਆਂ ਨੇ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਡਰਨਾ ਨਹੀਂ ਹੈ, ਕਿਸੇ ਗੱਲ ਤੋਂ ਡਰਨਾ ਨਹੀਂ ਹੈ। ਹਰ ਖਾਵੋ ਰਛਕ ਜਿਸ ਕੇ ਸ਼੍ਰੀ ਕਰਤਾਰ। ਕਹਿੰਦੇ ਖੁਸ਼ੀ ਦੇ ਨਾਲ ਬਾਬਾ ਬੁੱਢਾ ਜੀ ਨੂੰ ਬਾਲਕ ਵਿਖਾਓ, ਕਿਉਂ ਬਾਲਕ ਦੇ ਰਾਖੇ ਆਪ ਕਰਤਾ ਪੁਰਖ ਵਾਹਿਗੁਰੂ ਜੀ ਹਨ। ਕਹਿਣ ਲੱਗੇ
ਤੁਹਾਡੇ ਰੱਖਿਆ ਕੀਤਿਆਂ ਉਹਨਾਂ ਦੀ ਥੋੜੀ ਰੱਖਿਆ ਹੋਣੀ। ਹਾਂਜੀ। ਜਿਮ ਉਰ ਕਾਂਖੈ ਮੁਖ ਤੇ ਭਾਖੈ ਰਹੋ ਇਸ ਆਗਿਆ ਕੇ ਅਨੁਸਾਰ। ਦਾਈ ਨੂੰ ਕਹਿਣ ਲੱਗੇ ਮਹਾਰਾਜ ਜਿਵੇਂ ਬਾਬਾ ਜੀ ਦੀ ਇੱਛਾ ਹੈ ਉਵੇਂ ਸਾਰੇ ਕੰਮ ਕਰੋ। ਕਹਿਣ ਲੱਗੇ ਇਹਨਾਂ ਦੀ ਆਗਿਆ ਦੇ ਵਿੱਚ ਰਹਿਣਾ, ਜਿਵੇਂ ਬਾਬਾ ਜੀ ਚਾਹਣ ਉਵੇਂ ਬਾਬਾ ਜੀ ਨੂੰ ਦਰਸ਼ਨ ਕਰਾਓ। ਕਿਉਂ ਸੰਗਤ ਜੀ, ਗੁਰੂ ਘਰ ਵਿੱਚ ਗੁਰੂ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਕਿਸੇ ਦਾ ਸਤਿਕਾਰ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਜੀ। ਹਾਂਜੀ। ਸੁਨ ਬ੍ਰਿਧ ਕੋਲੇ ਸੰਗ ਸਿਧਾਰੀ ਅਜਰ ਬੈਠਾਇਓ ਹੋ ਆਸਨ ਡਾਰ। ਤੇ ਸਾਧ ਸੰਗਤ ਜੀ ਅੱਗੇ ਅੱਗੇ ਦਾਈ ਤੁਰੇ, ਪਿੱਛੇ ਪਿੱਛੇ ਖੂੰਡਾ ਫੜਿਆ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੁਰਨ, ਪਿੱਛੇ ਪਿੱਛੇ ਭਾਈ ਗੁਰਦਾਸ ਜੀ ਤੁਰਨ ਜੀ, ਕੁਝ ਸਿੱਖ ਨਾਲ ਤੁਰਨ। ਤੇ ਜਿੱਥੇ ਗੁਰੂ ਕੀ ਵਡਾਲੀ ਅਸਥਾਨ ਹੈ ਨਾ, ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਗਏ ਜੀ, ਵਿਹੜੇ ਦੇ ਵਿੱਚ ਬਿਠਾਇਆ ਜੀ। ਪੁਰਾਣੇ ਸਮੇਂ ਵਿੱਚ ਬੜੀਆਂ ਵਧੀਆ ਮਰਿਆਦਾਵਾਂ ਸਨ। ਇਸਤਰੀਆਂ ਦੇ ਕਮਰੇ ਵਿੱਚ ਬਜ਼ੁਰਗ ਭਾਈ ਜਾਂ ਹੋਰ ਕੋਈ ਨਹੀਂ ਸੀ ਜਾਂਦਾ ਜੀ। ਇਸਤਰੀਆਂ ਦੇ ਕਮਰੇ 'ਚ ਇਸਤਰੀਆਂ ਹੀ ਜਾਂਦੀਆਂ ਸਨ ਜੀ। ਵਿਹੜੇ 'ਚ ਪਲੰਗਾ ਡਾਇਆ ਤੇ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਪਲੰਗੇ ਉੱਤੇ ਬੈਠੋ। ਬਾਬਾ ਜੀ ਪਲੰਗੇ ਉੱਤੇ ਬੈਠ ਗਏ ਵਿਹੜੇ ਵਿੱਚ। ਲਾਗੇ ਭਾਈ ਗੁਰਦਾਸ ਜੀ ਬੈਠੇ ਜੀ। ਹਾਂਜੀ। ਗੰਗਾ ਕੋ ਗੁਰ ਹੁਕਮ ਸੁਨਾਇਓ ਹਰਖਤ ਹੋਏ ਕਰ ਲੇਹੋ ਕਰ ਧਾਰ। ਤੇ ਦਾਈ ਨੇ ਜਾ ਕੇ ਜਗਤ ਮਾਤਾ ਧੰਨ ਮਾਤਾ ਗੰਗਾ ਜੀ ਨੂੰ ਦੱਸਿਆ। ਮਾਤਾ ਗੰਗਾ ਜੀ ਨੂੰ ਕੀ ਕਿਹਾ? ਮਾਤਾ ਜੀ ਬਾਬਾ ਬੁੱਢਾ ਸਾਹਿਬ ਆਏ ਨੇ। ਓਹ ਕਿੱਡਾ ਮਾਤਾ ਜੀ ਨੂੰ ਖੁਸ਼ੀ ਹੋਈ ਹੋਏਗੀ ਜੀ। ਕਿੰਨੇ ਭਾਗਾਂ ਵਾਲੀ ਦਾਈ ਹੋਏਗੀ, ਕਿੰਨੇ ਭਾਗਾਂ ਵਾਲੇ ਬਾਬਾ ਜੀ ਹੋਣਗੇ ਤੇ ਕਿੰਨੇ ਭਾਗਾਂ ਵਾਲੀ ਮਾਤਾ ਗੰਗਾ ਜੀ ਹੋਣਗੇ ਜੀ। ਸਾਨੂੰ ਪਤਾ ਲੱਗ ਜਾਏ ਵੀ ਵਿਹੜੇ 'ਚ ਬਾਬਾ ਬੁੱਢਾ ਸਾਹਿਬ ਆਏ ਆ ਜੀ, ਕਿੰਨਾ ਚਾਅ ਚੜੇਗਾ ਜੀ। ਅੱਛਾ ਬਾਬਾ ਜੀ ਆਏ। ਮਾਤਾ ਜੀ ਨੂੰ ਜਦੋਂ ਸੁਣਿਆ ਵੀ ਬਾਬਾ ਜੀ ਆਪ ਆਏ ਆ, ਮਾਤਾ ਜੀ ਨੂੰ ਬੜਾ ਚਾਅ ਚੜਿਆ ਜੀ। ਤੇ ਦਾਈ ਨੇ ਮਾਤਾ ਜੀ ਨੂੰ ਗੁਰੂ ਸਾਹਿਬ ਦਾ ਹੁਕਮ ਸੁਣਾਇਆ, ਦੱਸਿਆ ਮਾਤਾ ਜੀ ਗੁਰੂ ਸਾਹਿਬ ਦਾ ਹੁਕਮ ਹੈ, ਸ੍ਰੀ ਹਰਗੋਬਿੰਦ ਜੀ ਨੂੰ, ਵਾਹਿਗੁਰੂ ਬਾਲਕ ਨੂੰ, ਨਾਮ ਕੋਈ ਨਹੀਂ ਸੀ ਲੈਂਦਾ ਜੀ ਅਜੇ, ਬਾਲਕ ਨੂੰ ਬਾਹਰ ਲੈ ਕੇ ਜਾਣਾ। ਹਾਂਜੀ। ਬਾਲਕ ਤਿਨ ਕੋ ਮੈਂ ਨਿਤ ਦਾਸੀ ਕਹੈ ਸੋ ਕਰਹੁ ਬਹੀਨ ਵਿਚਾਰ। ਗੱਜ ਕੇ ਆਖੋ। ਤੇ ਮਾਤਾ ਜੀ ਕਹਿਣ ਲੱਗੇ ਵੀ ਮੈਂ ਆਪ ਉੱਠ ਕੇ ਜਾਂਦੀ ਹਾਂ। ਕਹਿਣ ਲੱਗੇ ਉਸ ਸਮੇਂ ਕੋਈ ਹਾਲਾਤ ਨਹੀਂ ਸਨ ਸਰੀਰ ਦੇ, ਪਰ ਮਾਤਾ ਜੀ ਕਹਿਣ ਲੱਗੇ ਮੈਂ ਦਾਸੀ ਹਾਂ, ਬਾਲਕ ਤਿਨਕੋ ਮੈਂ ਨਿਤ ਦਾਸੀ ਕਹੈ ਸੋ ਕਰਹੁ ਬਹੀਨ ਵਿਚਾਰ। ਮਾਤਾ ਜੀ ਕਹਿਣ ਲੱਗੇ ਬਾਲਕ ਵੀ ਉਹਨਾਂ ਦਾ ਹੀ ਹੈ, ਮੈਂ ਵੀ ਉਹਨਾਂ ਦੀ ਦਾਸੀ ਹਾਂ। ਬਾਬਾ ਬੁੱਢਾ ਜੀ ਦਾ ਵਰ ਹੋਇਆ ਤੇ ਮੈਂ ਕਿਸੇ ਕਸ਼ਟ ਕਿਸੇ ਦੇਰੀ ਦੀ ਵਿਚਾਰ ਕੀਤਿਆਂ ਬਾਬਾ ਜੀ ਦੇ ਕੋਲ ਆਪ ਜਾਣਾ ਹੈ। ਹਾਂਜੀ। ਬੁੱਢੇ ਸਾਹਿਬ ਕੋ ਹਮ ਤੇ ਪ੍ਰਿਯ ਦਰਸੈ ਹੈ ਨਿਜ ਕਰੁਣਾ ਫਲ ਚਾਰ। ਮਾਤਾ ਜੀ ਕਹਿਣ ਲੱਗੇ ਬਾਬਾ ਜੀ ਕਿਉਂ ਨਹੀਂ ਦਰਸ਼ਨ ਕਰਨ ਆਉਣਗੇ? ਬਾਬਾ ਜੀ ਨੂੰ ਤੇ ਸਾਡੇ ਤੋਂ ਵੀ ਵੱਧ ਬਾਲਕ ਪਿਆਰਾ ਹੈ। ਕਿਉਂ ਬਚਨ ਜੂ ਬਾਬਾ ਜੀ ਦਾ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਉਹਨਾਂ ਨੂੰ ਕਿਉਂ ਨਹੀਂ ਦਰਸ਼ਨ ਕਰਾਉਣੇ? ਉਹਨਾਂ ਦੇ ਤੇ ਦਰਸ਼ਨ ਕਰਕੇ ਚੰਗਾ ਫਲ ਮਿਲੇਗਾ, ਮੈਨੂੰ ਵੀ ਚੰਗਾ ਫਲ ਮਿਲੇਗਾ। ਕਹਿਣ ਲੱਗੇ ਹਾਂਜੀ। ਹੱਥਨ ਪਰਥਿਤ ਕਰ ਸੁੰਦਰ ਸਿਸ ਘਰ ਕੇ ਦਰ ਲੋ ਲਿਆਈ ਤਾਏ। ਮਾਤਾ ਜੀ ਨੇ ਆਪ ਇਸ਼ਨਾਨ ਪਾਨ ਕਰਕੇ ਸਾਧ ਸੰਗਤ ਜੀ ਫਿਰ ਉਦਮ ਧਾਰਨ ਕੀਤਾ ਤੇ ਆਪਣੇ ਹੱਥਾਂ ਵਿੱਚ ਰੱਖਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਬਾਲਕ ਨੂੰ ਰੱਖਿਆ ਤੇ ਬਾਹਰ ਵਿਹੜੇ ਵਿੱਚ ਲੈ ਕੇ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਗਾਂ ਵਾਲਾ ਵਿਹੜਾ ਹੋਏਗਾ ਜੀ ਉਹ ਜੀ, ਜਿਸ ਵਿਹੜੇ 'ਚ ਜਗਤ ਗੁਰੂ ਨਾਨਕ ਸਾਹਿਬ ਦੇ ਸਿੱਖ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਆ ਤੇ ਪਹਿਲੀ ਵਾਰੀ ਹਰਗੋਬਿੰਦ ਜੀ ਦੇ ਦਰਸ਼ਨ ਹੋਣੇ ਆ ਜੀ। ਹਾਂਜੀ। ਦੇਖਤ ਉਠਿਓ ਤਿਆਗ ਬ੍ਰਿਧ ਆਸਨ ਦੀਰਘ ਦਰਸ਼ਨ ਦੇਖ ਹਰ ਖਾਏ। ਅੱਗੋਂ ਕਮਾਲ ਦੀ ਗੱਲ ਹੈ, ਬਾਬਾ ਬੁੱਢਾ ਜੀ ਨੇ ਵੇਖਿਆ ਬਾਲਕ ਜੀ ਆ ਰਹੇ ਆ, ਮਾਤਾ ਜੀ ਲੈ ਕੇ ਆ ਰਹੇ ਆ ਤੇ
ਉਸੇ ਵੇਲੇ ਸਾਧ ਸੰਗਤ ਜੀ ਬਾਲਕ ਵਾਹਿਗੁਰੂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਉੱਠੇ ਜੀ। ਫਿਰ ਜੀ ਆਸਣ ਤੋਂ ਉੱਠ ਖਲੋਤੇ ਜੀ। ਚੇਤਾ ਰੱਖਿਓ, ਜਦੋਂ ਕੋਈ ਵੱਡਾ ਆਵੇ ਉਹਦੇ ਸਨਮਾਨ ਵਿੱਚ ਉੱਠ ਕੇ ਖਲੋਈਦਾ ਹੈ ਜੀ। ਜਿਹੜਾ ਨਾ ਉੱਠੇ ਉਹਨੂੰ ਕਹਿੰਦੇ ਇਹਨੂੰ ਪਤਾ ਨਹੀਂ ਹੈ ਵੱਡਿਆਂ ਦਾ ਸਨਮਾਨ ਕਿਵੇਂ ਕਰਨਾ ਹੈ। ਕੋਈ ਵੱਡਾ ਆਵੇ ਉੱਠ ਕੇ ਖਲੋ ਜਾਈਦਾ ਹੈ। ਬਾਬਾ ਬੁੱਢਾ ਸਾਹਿਬ ਨੂੰ ਪਤਾ ਹੈ ਬਾਲਕ ਪਰ ਹੈ ਬੜੇ ਵੱਡੇ ਨੇ। ਉੱਠ ਕੇ ਖਲੋਗੇ ਬਾਬਾ ਜੀ। ਹਾਂਜੀ। ਲਾਲ ਮ੍ਰਿਦੁਲ ਪਦ ਮਨਹੁ ਕੋਕ ਨਦ ਉਰਦ ਉਠਾਵਤ ਜਨ ਦੇਖ ਰਾਏ। ਸਾਧ ਸੰਗਤ ਜੀ ਪਕੜਿਆ ਛੇਵੇਂ ਪਾਤਸ਼ਾਹ ਨੂੰ ਤੇ ਬਾਬਾ ਜੀ ਧਿਆਨ ਨਾਲ ਸਰੀਰ ਦੇਖਣ ਦੇ ਤੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੋਏ ਆ ਜੀ। ਕਿਉਂ? ਸਰੀਰ ਖੁੱਲਾ ਡੁੱਲਾ ਹੈ। ਹੱਥਾਂ ਤੋਂ ਪਤਾ ਲੱਗਦਾ ਸੀ ਵੀ ਇਹ ਹੱਥ ਬੜੇ ਬੜੇ ਵੱਡੇ ਹੋਣੇ ਆ। ਚਰਨਾਂ ਤੋਂ ਪਤਾ ਲੱਗਦਾ ਸੀ ਵੀ ਇਹ ਚਰਨ ਬੜੇ ਬੜੇ ਵੱਡੇ ਹੋਣੇ ਆ। ਲਾਲ ਮ੍ਰਿਦੁਲ ਪਦ ਮਨਹੁ ਕਕੋਨਦ ਉਰਦ ਉਠਾਵਤ ਜਨ ਦਿਖਰਾਏ। ਫਿਰ ਲਾਲ ਕੋਮਲ ਚਰਨ ਜਿਹੜੇ ਆ ਉਹ ਇਸ ਤਰ੍ਹਾਂ ਕਰਕੇ ਬਾਬਾ ਜੀ ਵੇਖਣ ਦਏ ਆ ਜੀ। ਗੱਜ ਕੇ ਆਖੋ ਵਾਹ। ਛੇਵੇਂ ਪਾਤਸ਼ਾਹ ਦੇ ਚਰਨ ਵੇਖਦੇ ਆ ਜੀ। ਐ ਲਾਲ ਚਰਨ ਹੈਗੇ ਆ ਜੀ ਤੇ ਕਮਲ ਫੁੱਲ ਵਾਂਗੂ ਨੇ, ਮਾਨੋ ਕਮਲ ਦੀ ਨਿਆਈ ਹੈ। ਬਾਬਾ ਜੀ ਇਸ ਤਰ੍ਹਾਂ ਚਰਨ ਦੇਖਦੇ ਆ। ਅੰਗ ਬੇਲੰਦ ਸਕਲ ਸ਼ੁਭ ਲੱਛਣ ਮਛ ਆਕਾਰ ਦੇਖ ਕਰ ਪਾਏ। ਸਾਧ ਸੰਗਤ ਜੀ ਬਾਬਾ ਜੀ ਬੜੇ ਸਿਆਣੇ ਨੇ, ਬੜੇ ਸਿਆਣੇ ਨੇ। ਬਾਬਾ ਜੀ ਛੇਵੇਂ ਪਾਤਸ਼ਾਹ ਦੇ ਹੱਥ ਵੇਖਣ, ਚਰਨ ਦੇਖਣ, ਮਸਤਕ ਦੇਖਣ ਤੇ ਬਾਬਾ ਜੀ ਖੁਸ਼ ਹੋਣ। ਨਾ ਇਹ ਹੱਥ ਆਮ ਵਰਗੇ ਨੇ, ਨਾ ਚਰਨ ਹੀ ਆਮ ਬੱਚਿਆਂ ਵਰਗੇ ਨੇ ਜੀ, ਨਾ ਮਸਤਕ ਹੀ ਆਮ ਬੱਚਿਆਂ ਵਰਗਾ ਹੈ ਜੀ। ਬਾਬਾ ਜੀ ਇੱਕ ਇੱਕ ਚੀਜ਼ ਦੇਖਦੇ ਆ ਤੇ ਵੇਖ ਵੇਖ ਕੇ ਬਾਬਾ ਜੀ ਪ੍ਰਸੰਨ ਹੋਈ ਜਾਂਦੇ ਆ ਜੀ। ਹਾਂਜੀ। ਰੇਖ ਸ਼ਤਰਨ ਕੀ ਦਾਹਨ ਕਰ ਮੈਂ ਚਮਰ ਰੇਖ ਸ਼ੋਭਤ ਹੈ ਬਾਮ। ਰੇਖਾ ਵੀ ਵੇਖਦੇ ਆ ਬਾਬਾ ਜੀ ਹੈ ਤੇ ਵੇਖ ਵੇਖ ਕੇ ਅੰਦਾਜ਼ਾ ਲਾਉਂਦੇ ਵੀ ਛਤਰ ਝੁੱਲਣੇ ਆ, ਛਤਰ ਝੁੱਲਣੇ ਆ। ਤੇ ਖੱਬੇ ਹੱਥ ਦੇ ਵਿੱਚ ਜਿਹੜੀ ਰੇਖਾ ਹੈ ਚੌਰ ਝੁੱਲਣਾ ਹੈ ਇਹਨਾਂ ਦੇ ਸੀਸ ਤੇ। ਹਾਂਜੀ। ਨਖ ਗਨ ਰਕਤ ਸੋ ਮਿਲ ਕਰ ਅੰਗੁਰੀ ਬ੍ਰਤਲਾਕਾਰ ਬਦਨ ਹੈ ਬਾਮ। ਤੇ ਸਾਰੀਆਂ ਉਂਗਲਾਂ ਦੇ 9 ਲਾਲ ਨੇ, ਸੁੰਦਰ ਗੋਲਾਕਾਰ ਬਦਨ ਹੈ। ਬਾਬਾ ਜੀ ਵੇਖ ਵੇਖ ਕੇ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਨੇ ਜੀ। ਹਾਂਜੀ। ਰੁਚਰ ਚਿਕਰ ਮੇਚਕ ਲਗ ਚਿਕਵਨ ਬੜੇ ਬੇਲੋਚਨ ਬੰਮੀ ਬਾਮ। ਕਵੀ ਸੰਤੋਖ ਸਿੰਘ ਜੀ ਦਰਸ਼ਨ ਕਰਾਉਂਦੇ ਜੇ, ਕਹਿੰਦੇ ਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਲ ਵੀ ਵੇਖਦੇ ਆ। ਕਈ ਬਾਲਕ ਜਦੋਂ ਜਨਮ ਲੈਂਦੇ ਉਹਨਾਂ ਦੇ ਸਿਰ ਤੇ ਕੇਸ ਨਹੀਂ ਹੁੰਦੇ, ਗੰਜੇ ਹੁੰਦੇ ਆ। ਕਈ ਬਾਲਕਾਂ ਦੇ ਸਿਰ ਤੇ ਬਹੁਤ ਸੰਘਣੇ ਕੇਸ ਹੁੰਦੇ ਆ। ਪਰ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਹੁੰਦੇ ਉਹ ਰੇਅਰ ਹੀ ਕੇਸ ਹੁੰਦੇ ਆ। ਲਗਭਗ ਬਹੁਤੇ ਬੱਚਿਆਂ ਦੇ ਸਿਰ ਤੇ ਕੇਸ ਹੁੰਦੇ ਆ ਜੀ। ਇਹਦਾ ਭਾਵ ਉਹ ਕੇਸ ਕਟਾਉਣ ਵਾਲੇ ਹੋ। ਜਦੋਂ ਰੱਬ ਨੇ ਜਨਮ ਦਿੱਤਾ ਉਦੋਂ ਹੀ ਬੱਚੇ ਦੇ ਸਿਰ ਤੇ ਕੇਸ ਦਿੱਤੇ ਨੇ, ਕੇਸ ਦਿੱਤੇ ਨੇ। ਕਿਤੇ ਹੈ ਕੋਈ ਐਸਾ ਹੋਵੇ ਜਿਹਦੇ ਸਿਰ ਤੇ ਕੇਸ ਨਾ ਹੋਣ, ਨਹੀਂ ਤੇ ਬਹੁਤਿਆਂ ਦੇ ਕੇਸ ਹੁੰਦੇ ਐ ਬਾਲਕਾਂ ਦੇ ਸਿਰ ਤੇ। ਹੁਣ ਸੁਣਿਓ ਧਿਆਨ ਨਾਲ, ਫਿਰ ਪੰਕਤੀ ਪੜ੍ਹੋ। ਰੁਚਰ ਚਿਕਰ ਮੇਚਕ ਲਗ ਚਿਕਵਨ ਬੜੇ ਬੇਲੋਚਨ ਬਰਨੀ ਬਾਮ। ਕਹਿੰਦੇ ਆ ਸੋਹਣੇ ਤੇ ਕਾਲੇ ਰੰਗ ਦੇ ਤੇ ਸੰਘਣੇ ਕੇਸ ਨੇ ਛੇਵੇਂ ਪਾਤਸ਼ਾਹ ਦੇ ਜੀ। ਬੜੇ ਸੋਹਣੇ ਨੇ, ਕਾਲੇ ਰੰਗ ਦੇ ਆ, ਛੋਟੇ ਛੋਟੇ ਆ ਤੇ ਚਿਕਣੇ ਆ ਤੇ ਕੁੰਗਰਾਲੇ ਆ ਜੀ। ਕੁੰਗਰਾਲੇ ਆ, ਚੀਕਣੇ ਆ ਤੇ ਕਾਲੇ ਰੰਗ ਦੇ ਆ ਤੇ ਸੰਘਣੇ ਆ। ਬਿਲਕੁਲ ਐ ਬਹੁਤ ਹੀ ਸੁੰਦਰ ਸੀਸ ਲੱਗੇ ਮਹਾਰਾਜ ਦਾ ਜੀ। ਹਾਂਜੀ। ਬਾਲਕ ਬਪੂ ਬੇਰਾਜਤ ਸ਼੍ਰੀ ਪ੍ਰਭ ਬਰਨਤ ਬਾਣੀ ਬ੍ਰਹਮਾ ਬਾਮ। ਬੜੇ ਬਿਲੋਚਨ ਬਰਨੀ ਬਾਮ। ਕਹਿੰਦੇ ਨੈਣ ਵੇਖੇ, ਵੱਡੇ ਵੱਡੇ ਨੈਣ ਨੇ, ਗੋਰਾ ਰੰਗ ਹੈ, ਵੱਡੇ ਵੱਡੇ ਨੈਣ ਨੇ ਤੇ ਵੱਡੇ ਵੱਡੇ ਨੈਣ ਨੇ। ਝਿਮਣੀਆਂ ਟੇਢੀਆਂ ਨੇ, ਟੇਢੀਆਂ ਜੀ। ਤੇ ਨਾਲ ਕਹਿਣ ਲੱਗੇ ਆਪ
ਮਾਨੋ ਪਰਮੇਸ਼ਰ ਨੇ ਸਰੀਰ ਨੂੰ ਸਵਾਰਿਆ ਹੋਵੇ ਛੇਵੇਂ ਪਾਤਸ਼ਾਹ ਦੇ। ਐਡਾ ਸੋਹਣਾ ਸਰੀਰ ਹੈ ਛੇਵੇਂ ਪਾਤਸ਼ਾਹ ਦਾ। ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਉਹ ਵੀ ਛੇਵੇਂ ਪਾਤਸ਼ਾਹ ਦੇ ਸਰੀਰ ਦੀ ਸੋਭਾ ਬਿਆਨ ਨਹੀਂ ਕਰ ਸਕਦੇ। ਐਡੇ ਸੋਹਣੇ ਸਰੀਰ ਦੇ ਮਾਲਕ ਨੇ ਛੇਵੇਂ ਪਾਤਸ਼ਾਹ। ਦੋਹਰਾ ਬੰਧਨ ਕਰ ਦਰਸੇ ਗੁਰੂ ਬ੍ਰਿਧ ਕੋ ਬਧਿਓ ਆਨੰਦ। ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੇ ਬੰਦਨਾ ਕੀਤੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ। ਤੁਸੀਂ ਵੀ ਸੁਰਤ ਕਰਕੇ ਕਰੋ ਬਾਲਕ ਰੂਪ ਦੇ ਦਰਸ਼ਨ। ਨਮਸਕਾਰ ਕਰੋ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਬਾ ਜੀ ਦੇ ਹਿਰਦੇ 'ਚ ਬੜਾ ਹੀ ਆਨੰਦ ਵਧਿਆ ਜੀ, ਬਹੁਤ ਆਨੰਦ ਵਧਿਆ ਜੀ। ਸਭਨ ਸੁਨਾਵਤ ਨਾਮ ਕਹੈ ਸ਼ੁਭ ਸ਼੍ਰੀ ਹਰਗੋਬਿੰਦ। ਤੇ ਫਿਰ ਬਾਬਾ ਜੀ ਲੈ ਕੇ ਗੋਦ 'ਚ ਕਹਿਣ ਲੱਗੇ ਤੇ ਮੇਰਾ ਹਰਗੋਬਿੰਦ ਹੈ ਭਾਈ, ਅੱਜ ਤੋਂ ਬਾਅਦ ਇਹਨਾਂ ਦਾ ਨਾਮ ਲੈਣਾ ਸ੍ਰੀ ਹਰਗੋਬਿੰਦ ਜੀ। ਆਖੋ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕੋਈ ਰਸਨਾ ਬਾਂਝੀ ਨਾ ਰਹੇ, ਗੱਜ ਕੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੋ ਬਾਬਾ ਜੀ ਨੇ ਨਾਮ ਸੁਣਾਇਆ, ਕਹਿਣ ਲੱਗੇ ਇਹ ਤੇ ਸਾਡੇ ਹਰਗੋਬਿੰਦ ਹਨ। ਸਾਧ ਸੰਗਤ ਜੀ ਨਾਮ ਵੇਖੋ, ਦੋ ਨਾਮ ਨੇ ਇੱਕ ਨਾਮ ਵਿੱਚ। ਸਤਿਗੁਰਾਂ ਦਾ ਨਾਮ ਧਿਆਨ ਨਾਲ ਸੁਣਿਆ ਕਰੋ। ਹਰ ਰਾਏ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ ਥੋੜੇ ਦਿਨਾਂ ਨੂੰ, ਉਹਨਾਂ ਦੇ ਨਾਮ ਵਿੱਚ ਵੀ ਦੋ ਨਾਮ ਨੇ। ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ 'ਚ ਦੋ ਨਾਮ ਨੇ ਜੀ। ਕਿਵੇਂ? ਇੱਕ ਨਾਮ ਹੈ ਨਾਨਕ, ਇੱਕ ਹੈ ਦੇਵ। ਦੇਵ ਦਾ ਅਰਥ ਕੀ ਹੈ? ਪ੍ਰਕਾਸ਼ ਰੂਪ। ਕਈਆਂ ਦਾ ਕੱਲਿਆਂ ਦਾ ਨਾਮ ਦੇਵ ਹੁੰਦਾ ਜੀ। ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼ ਰੂਪ। ਗੁਰੂ ਅੰਗਦ ਦੇਵ, ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਵਾਲਾ ਹੀ ਨਾਮ ਰੱਖਿਆ ਸੀ ਅੰਗਦ ਦੇਵ। ਇਹ ਵੀ ਪ੍ਰਕਾਸ਼ ਰੂਪ ਨੇ। ਤੇ ਸਾਧ ਸੰਗਤ ਜੀ ਹਰਗੋਬਿੰਦ ਆਖੋ ਵਾਹਿਗੁਰੂ ਵਾਹਿਗੁਰੂ। ਹਰ ਹਰੀ ਰਾਜਾ ਪਰਮੇਸ਼ਰ। ਹਰ ਦਾ ਨਾਮ ਕੀ ਹੈ? ਹਰ ਦਾ ਅਰਥ ਇਹ ਵੀ ਹੈ ਮਨਾਂ ਨੂੰ ਹਰ ਲੈਣ ਵਾਲਾ ਜੀ। ਹਰ ਨਾਮ ਚੋਰ ਦਾ ਵੀ ਹੈ, ਜਿਹੜਾ ਖੋਹ ਲੈਂਦਾ ਹੋਵੇ। ਤੇ ਉਂਝ ਵਿਦਵਾਨਾਂ ਨੇ ਹਰ ਦਾ ਅਰਥ ਇਹ ਕੀਤਾ ਹੈ ਹਰੀ ਮਨਾਂ ਨੂੰ ਮੋਹ ਲੈਂਦਾ ਹੈ ਜੀ। ਕਿੰਨੇ ਲੋਕ ਉਹਦਾ ਨਾਮ ਹਰ ਹਰ ਜਪਦੇ ਹੈ ਜੀ। ਗੁਰੂ ਨਾਨਕ ਸਾਹਿਬ ਜੀ ਨੇ ਛੀਆਂ ਗੱਜਣ ਨੂੰ ਦੱਸਿਆ, ਵਾਹਿਗੁਰੂ ਮੰਤਰ ਅਸੀਂ ਬਣਾਇਆ, ਉਹਦੇ ਵਿੱਚ ਹਾਹਾ ਹਰ ਤੇ ਲੀਨ। ਹਰ ਤੋਂ ਹਾਹਾ ਲਿਆ, ਹਰ ਹਾਹਾ ਲਿਆ। ਮਹਾਰਾਜ ਕਹਿਣ ਲੱਗੇ ਅੱਗੋਂ ਹੈ ਗੋਬਿੰਦ। ਗੱਜ ਕੇ ਆਖੋ ਵਾਹਿਗੁਰੂ। ਗੋ ਸਾਧ ਸੰਗਤ ਜੀ ਧਰਤੀ, ਬਿੰਦ ਮਾਲਕ, ਸੰਤਾਨ। ਸਾਰੀ ਧਰਤੀ ਜਿਹਦੀ ਸੰਤਾਨ ਹੋਵੇ ਉਹਨੂੰ ਗੋਬਿੰਦ ਕਹਿੰਦੇ। ਗੱਜ ਕੇ ਆਖੋ ਵਾਹਿਗੁਰੂ। ਉਹ ਕੌਣ ਹੈ? ਉਹ ਵੀ ਪਰਮੇਸ਼ਰ ਹੈ। ਹਰ ਵੀ ਪਰਮੇਸ਼ਰ ਹੈ, ਗੋਬਿੰਦ ਵੀ ਪਰਮੇਸ਼ਰ ਹੀ ਹੈ। ਤੇ ਬਾਬਾ ਜੀ ਨੇ ਨਾਮ ਰੱਖਿਆ ਸ੍ਰੀ ਹਰਗੋਬਿੰਦ ਜੀ। ਹਰ ਵੀ ਵਾਹਿਗੁਰੂ, ਗੋਬਿੰਦ ਵੀ ਵਾਹਿਗੁਰੂ। ਵੇਖੋ ਛੇਵੇਂ ਪਾਤਸ਼ਾਹ ਜੀ ਦਾ ਨਾਮ ਲਿਆ, ਦੋ ਵਾਰੀ ਵਾਹਿਗੁਰੂ ਦਾ ਨਾਮ ਲਿੱਤਾ ਜਾਂਦਾ ਜੀ। ਹਰ ਤੇ ਗੋਬਿੰਦ ਜਿਹੜੇ ਦੋ ਨਾਮ ਨੇ ਨਾ, ਇਹ ਪਰਮੇਸ਼ਰ ਦੇ ਕਿਰਤਮ ਨਾਮ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਹਰ ਤੇ ਗੋਬਿੰਦ ਦੋ ਨਾਮ ਨੇ, ਇੱਕ ਪਰਮੇਸ਼ਰ ਦੇ ਦੋ ਨਾਮ ਨੇ। ਛੇਵੇਂ ਪਾਤਸ਼ਾਹ ਦਾ ਨਾਮ ਲਿਆ, ਵਾਹਿਗੁਰੂ ਦੇ ਨਾਮ ਲਏ ਜਾਂਦੇ ਨੇ ਜੀ। ਗੁਰੂ ਸਾਹਿਬਾਂ ਦਾ ਨਾਮ ਲਿਆ ਜੀ। ਸੋ ਸਭਿਨ ਸੁਨਾਵਤ ਨਾਮ ਕਹੈ ਸੁਭ ਸ੍ਰੀ ਹਰਗੋਬਿੰਦ। ਕਹਿੰਦੇ ਇਹਨਾਂ ਦਾ ਨਾਮ ਹੋਏਗਾ ਸ੍ਰੀ ਹਰਗੋਬਿੰਦ ਜੀ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ।
ਗੁਰ ਅਰਜਨ ਢਿਗ ਆਏ ਕੈ ਆਇਸ ਲੈ ਹਰ ਖਾਏ। ਸੋ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਕੋਲ ਆਏ, ਕਹਿੰਦੇ ਮਹਾਰਾਜ ਆਪ ਜੀ ਨੂੰ ਫਿਰ ਵਧਾਈ ਹੋਵੇ ਸੱਚੇ ਪਾਤਸ਼ਾਹ, ਮਹਾਰਾਜ ਹੁਣ ਮੈਨੂੰ ਜਾਣ ਦੀ ਆਗਿਆ ਦੇ ਦਿਓ। ਆਗਿਆ ਲੈ ਕੇ ਫਿਰ ਬਾਬਾ ਜੀ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ ਜੀ ਬਾਬਾ ਬੁੱਢਾ ਜੀ। ਹਾਂਜੀ। ਨਿਜ ਥਲ ਗਮਨਿਓ ਬੀੜ ਕੋ ਸਤਿ ਨਾਮ ਲਿਵ ਲਾਏ। ਤੇ ਸਾਧ ਸੰਗਤ ਜੀ ਬਾਬਾ ਜੀ ਨਾਮ ਜਪਦੇ ਜਪਦੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਤੇ ਆਪਣੇ ਨਗਰ ਬੀੜ ਸਾਹਿਬ ਚਲੇ ਗਏ ਜੀ, ਸ਼ੇਰੜਾ ਸਾਹਿਬ ਤੋਂ। ਹਾਂਜੀ। ਨਿਕਟ ਨਿਕਟ ਜੇ ਗ੍ਰਾਮ ਹੈ ਸਭਨ ਸੁਨੀ ਸੁਧ ਕਾਨ। ਲਾਗੇ ਲਾਗੇ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਵਿੱਚ ਖਬਰਾਂ ਫੈਲ ਗਈਆਂ, ਭਾਈ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸਾਹਿਬਜ਼ਾਦਾ ਜੀ ਆਏ ਨੇ ਜੀ। ਹਾਂਜੀ। ਮੰਗਤ ਗਨ ਸੰਗਤ ਤਬ ਹੈ ਦੇਤ ਬਧਾਈ ਆਨ। ਮੰਗਤੇ ਆਉਣ ਲੱਗ ਪਏ ਜੀ। ਹਾਂਜੀ। ਤੁਹਾਨੂੰ ਪਤਾ ਇਹੋ ਜਿਹੇ ਸਮੇਂ ਵਧਾਈ ਲੈਣ ਵਾਲੇ ਬੜੀ ਫੌਜ ਹੁੰਦੀ ਹੈ ਜੀ। ਵਧਾਈ ਲੈਣ ਵਾਲੇ ਆ ਰਹੇ ਨੇ ਵਧਾਈਆਂ ਲੈਣ ਵਾਸਤੇ ਜੀ। ਹਾਂਜੀ। ਸਵਈਆ ਛੰਦ ਜਾਚੈ ਹੈ ਹੀਜ ਗਾਏ ਸੁਖ ਰਾਚੈ। ਹੀਜ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ, ਜਦੋਂ ਵਿਆਹ ਹੋਵੇ ਘਰ ਵਿੱਚ ਜਾਂ ਕਿਸੇ ਸੰਤਾਨ ਦਾ ਜਨਮ ਹੋਵੇ, ਜਿਹਨੂੰ ਆਪਾਂ ਬਾਬੇ ਕਹਿੰਦੇ ਆ, ਹੀਜੜੇ ਕਹਿੰਦੇ ਆ, ਉਹਨਾਂ ਦੀ ਗੱਲ ਹੈ ਜੀ। ਉਹ ਵੀ ਆਏ ਜੀ, ਕਿਉਂ ਗੁਰੂ ਘਰ ਤੇ ਸਭ ਦਾ ਸਾਂਝਾ ਹੈ ਜੀ, ਗੱਜ ਕੇ ਆਖੋ। ਉਹ ਵੀ ਆਏ ਆ ਜੀ। ਜੱਚ ਹੈ ਹੀਜ ਗਾਏ ਸੁਖ ਰਾਚ ਹੈ, ਉਹ ਗਾਉਂਦੇ ਵੀ ਹੈ ਤੇ ਮਹਾਰਾਜ ਦੇ ਵਿਹੜੇ ਦੇ ਅੱਗੇ ਨੱਚਣ ਵੀ ਦਏ ਨੇ ਜੀ। ਹਾਂਜੀ। ਜਾਚੈ ਧਨ ਮਾਚੈ ਨਿਜ ਖੇਲ। ਆਪਣੇ ਖੇਲ ਖੇਡਦੇ ਆ ਤੇ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਕਰਦੇ ਆ, ਗੁਰੂ ਅਰਜਨ ਸਾਹਿਬ ਜੀ ਦੀਆਂ ਵਡਿਆਈਆਂ ਕਰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਸਾਨੂੰ ਵੀ ਵਧਾਈ ਦਿਓ। ਮਹਾਰਾਜ ਉਹਨਾਂ ਨੂੰ ਵੀ ਵਧਾਈ ਦਿੰਦੇ ਆ ਜੀ। ਉਹ ਪਿਆਰਿਓ, ਸਾਡੀਆਂ ਜਿਹੜੀਆਂ ਵਧਾਈਆਂ ਨੇ 4 ਪੈਸੇ ਹੋ ਸਕਦੀਆਂ ਜੀ। ਅਸੀਂ 500 1000 2000 5000 ਕਿਸੇ ਨੂੰ ਵਧਾਈ ਦੇ ਦਿਆਂਗੇ। ਗੁਰੂ ਦੀ ਵਧਾਈ ਇਕੱਲੇ ਪੈਸੇ ਨਹੀਂ ਹੁੰਦੇ ਜੀ। ਗੁਰੂ ਸਾਹਿਬ ਨੇ ਪਤਾ ਨਹੀਂ ਕਿਹਨੂੰ ਅੰਦਰ ਦਾ ਸਕੂਨ ਦੇ ਦੇਣਾ ਜੀ ਵਧਾਈ ਦੇ ਵਿੱਚ ਜੀ। ਗੁਰੂ ਸਾਹਿਬ ਨੇ ਪਤਾ ਨਹੀਂ ਹੈ ਕਿਹਨੂੰ ਨਾਮ ਦੀ ਦਾਤ ਦੇ ਦੇਣੀ, ਵਧਾਈ ਦੇ ਰੂਪ ਚ ਦੇ ਦੇਣੀ ਹੈ ਜੀ। ਹਾਂਜੀ। ਢੋਲਕ ਟਲਕਾ ਘੁੰਗਰੂ ਤਾਲੀ ਤਾਲ ਮਿਲਾਏ ਪਵਾਲੀ ਮੇਲ। ਕਹਿੰਦੇ ਉਹ ਆਏ ਆ, ਖੇਡਾਂ ਖੇਡਦੇ ਆ, ਢੋਲਕਾਂ ਵਜਾਉਂਦੇ ਆ, ਟੱਲੀਆਂ ਵਜਾਉਂਦੇ ਆ, ਘੁੰਗਰੂ ਵਜਾਉਂਦੇ ਆ, ਤਾਲੀਆਂ ਮਾਰ ਮਾਰ ਨੱਚਣਦੇ ਆ, ਗੁਰੂ ਨਾਨਕ ਸਾਹਿਬ ਜੀ ਦਾ ਜਸ ਕਰਦੇ। ਮਹਾਰਾਜ ਕਹਿੰਦੇ ਦੁਨੀਆ ਦਾ ਗੀਤ ਨਹੀਂ ਗਾਉਣਾ, ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰੋ, ਕਹਿਣ ਲੱਗੇ। ਹਾਂਜੀ। ਹੱਥਨ ਭਾਵ ਉਸਾਰਤ ਸ਼ਾਰਤ ਵਾਰਤ ਵਥ ਡਾਰਤ ਬਹੁ ਬੇਲ। ਹੱਥ ਉੱਚੇ ਕਰ ਕਰਕੇ ਤਾੜੀਆਂ ਮਾਰਦੇ ਆ, ਇਸ਼ਾਰੇ ਕਰਦੇ ਆ ਤੇ ਸਾਧ ਸੰਗਤ ਦੀ ਆਪਣੀਆਂ ਖੇਡਾਂ ਵਿਖਾਉਂਦੇ ਆ ਕੇ, ਅੰਗ ਅਕੜਾਉਂਦੇ ਆ, ਕਈ ਕੁਝ ਕਰਦੇ ਆ ਉਹ ਆ ਕੇ। ਬੈਠਤ ਕਬਹੋਂ ਅਮੈਠਤ ਅੰਗਨ ਪੋਹੋ ਅਮੈਠਤ ਪੈਠਤ ਪੇਲ। ਕਹਿੰਦੇ ਜਦੋਂ ਉਹ ਆਏ ਉਹਨਾਂ ਬੜੀ ਰੌਣਕ ਲਾਈ ਜੀ ਮਹਾਰਾਜ ਦੇ ਦਰਵਾਜ਼ੇ ਅੱਗੇ ਜੀ, ਮੰਗਣ ਵਾਸਤੇ ਜਦੋਂ ਆਏ ਤੇ ਕਹਿੰਦੇ ਆ ਇੰਨੀ ਜ਼ਿਆਦਾ ਰੌਣਕ ਹੋ ਗਈ, ਉੱਥੇ ਲੋਕ ਆ ਕੇ ਖਲੋਗੇ ਤੇ ਥਾਂ ਮੱਲ ਲਈ ਸਾਰਿਆਂ ਨੇ ਤੇ ਖਲੋਣ ਦੀ ਜਗ੍ਹਾ ਨਹੀਂ ਰਹੀ ਜੀ। ਉਹ ਮਹਾਰਾਜ ਦਾ ਜਸ ਕਰਦੇ, ਵਡਿਆਈ ਕਰਦੇ, ਨੱਚਦੇ, ਖੁਸ਼ੀ ਮਨਾਉਂਦੇ ਜੀ। ਹਾਂਜੀ। ਹੋਤ ਪ੍ਰਸੰਨ ਹੇਰ ਗੁਰ ਅਰਜਨ। ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਮਹਾਰਾਜ ਵੀ ਚੱਲ ਕੇ ਉਹਨਾਂ ਕੋਲ ਆਏ ਜੀ। ਹਾਂਜੀ। ਤੇ ਪਲੰਗਾ ਢਾ ਦਿੱਤਾ ਜੀ ਮਹਾਰਾਜ ਦਾ ਤੇ ਮਹਾਰਾਜ ਵੇਖ ਵੇਖ ਪ੍ਰਸੰਨ ਹੋਣ ਜੀ। ਜਦੋਂ ਲਾਉਣ ਨਾ ਅਲਾਪ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੇ, ਗੁਰੂ ਰਾਮਦਾਸ ਜੀ ਦੀ ਵਡਿਆਈ ਦੇ, ਕਿਉਂ ਦਾਦੇ ਤੇ ਗੁਰੂ ਰਾਮਦਾਸ ਜੀ ਹਨ ਨਾ ਜੀ। ਦਾਦਾ ਜੀ ਤੇ ਉਹ ਨੇ, ਦਾਦਾ ਜੀ ਦਾ ਨਾਮ ਲੈ ਲੈ ਕੇ ਦੱਸਣ। ਗੁਰੂ ਅਰਜਨ ਸਾਹਿਬ ਵੇਖ ਵੇਖ ਬੜੇ ਖੁਸ਼ ਹੋਣ ਜੀ। ਹਾਂਜੀ। ਮਨ ਬਾਸ਼ਤ ਧਨ ਪਾਏ ਸੋ ਜਾਏ। ਮਹਾਰਾਜ ਕਹਿਣ ਲੱਗੇ ਦੱਸੋ ਮਾਇਆ ਕਿੰਨੀ ਲੈਣੀ ਹੈ, ਗੱਜ ਕੇ ਆਖੋ ਦੱਸੋ ਕਿੰਨੀ ਮਾਇਆ ਲੈਣੀ ਹੈ। ਉਹਨਾਂ ਦੱਸੀ, ਮਹਾਰਾਜ ਨੇ ਵੱਧ ਦਿੱਤੀ ਜੀ। ਫਿਰ ਉਹਨਾਂ ਨੇ, ਗੁਰੂ ਨੇ ਨਾ, ਐਸੇ ਵੀ ਹੋਣਗੇ ਜਿਹੜੇ ਕਹਿੰਦੇ ਹੋਣੇ ਗੁਰੂ ਅਰਜਨ ਸਾਹਿਬ ਮਾਇਆ ਨਹੀਂ ਮਿਹਰਾਂ ਚਾਹੀਦੀਆਂ ਨੇ ਜੀ, ਉਹਨਾਂ ਨੂੰ ਮਹਾਰਾਜ ਮਿਹਰਾਂ ਵੀ ਦਿੰਦੇ ਹੋਣੇ ਆ ਜੀ।
ਹਾਂਜੀ, ਇਤਿਆਦਿਕ ਉਸਤਤ ਅਤ ਬਰਧਤ। ਇਸ ਤਰੀਕੇ ਦੇ ਨਾਲ ਖੁਸ਼ੀ ਤੇ ਚਾਓ ਜਿਹੜੀ ਹੈ ਨਾ ਉਹ ਮਹਾਰਾਜ ਦੇ ਦਰਵਾਜ਼ੇ ਦੇ ਅੱਗੇ ਬਹੁਤ ਵੱਧ ਰਹੀ ਹੈ ਜੀ। ਹਾਂਜੀ, ਸੇਵਕ ਸਿੱਖ ਰਹੇ ਹਰ ਖਾਏ। ਜਿੰਨੇ ਸੇਵਕ ਨੇ ਸਿੱਖ ਨੇ ਉਹਨਾਂ ਦੀ ਤੇ ਖੁਸ਼ੀ ਦਾ ਅੰਦਾਜ਼ਾ ਹੀ ਨਹੀਂ ਹੈਗਾ ਜੀ, ਅੰਦਾਜ਼ਾ ਹੀ ਨਹੀਂ ਹੈਗਾ ਜੀ। ਸਾਡੇ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਸਾਹਿਬਜ਼ਾਦਾ ਜੀ ਆਏ, ਸ੍ਰੀ ਹਰਗੋਬਿੰਦ ਜੀ ਬੜੇ ਵੱਡੇ ਤੇਜ ਪ੍ਰਤਾਪ ਵਾਲੇ ਨੇ। ਹਾਂਜੀ, ਜਿਤ ਕਿਤ ਪੂਰਨ ਮੋਦ ਮਹਾ ਚਿਤ। ਜਿੱਥੇ ਕਿਤੇ ਵੇਖੋ ਹਰ ਇੱਕ ਨੂੰ ਪੂਰੀ ਖੁਸ਼ੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਹੁੰਦੀ ਮੋਦ ਖੁਸ਼ੀ, ਇੱਕ ਹੁੰਦੀ ਪ੍ਰਮੋਦ ਖੁਸ਼ੀ। ਮੋਦ ਖੁਸ਼ੀ ਕਿਹੜੀ? ਮੰਨ ਲਓ ਕਿਸੇ ਮਾਂ ਦਾ ਪੁੱਤ ਬਾਹਰੋਂ ਆਉਣਾ ਤੇ ਸਾਧ ਸੰਗਤ ਜੀ ਜਦੋਂ ਉਹ ਬਾਹਰੋਂ ਆਇਆ ਮਿਲਣ ਸਮੇਂ ਪੂਰੀ ਖੁਸ਼ੀ ਜੀ। ਜਦੋਂ ਰਹਿਣ ਲੱਗ ਪਿਆ ਰਹਿੰਦੇ ਰਹਿੰਦੇ ਖੁਸ਼ੀ ਤੇ ਚਾਓ ਘਟ ਜਾਂਦਾ ਜੀ, ਫਰਕ ਪੈਣ ਲੱਗ ਪੈਂਦਾ ਵੀ ਹੁਣ ਆਪਣਾ ਹੀ ਹੋ ਗਿਆ। ਪਰ ਕਹਿੰਦੇ ਆ ਸਾਰਿਆਂ ਸਿੱਖਾਂ ਦੇ ਮਨ 'ਚ ਮੋਦ ਖੁਸ਼ੀ ਹੈ, ਉਹ ਖੁਸ਼ੀ ਜਦੋਂ ਮਾਂ ਪੁੱਤਰ ਨੂੰ ਪਹਿਲੀ ਵਾਰੀ ਮਿਲਦੀ ਹੈ ਜੀ। ਹਾਂਜੀ, ਚਿਤ ਗਾਏ ਸ਼ਬਦ ਪਦ ਗੁਰੂ ਮਨਾਏ। ਤੇ ਸਾਰੇ ਹੀ ਫਿਰ ਨਾ ਸ਼ਬਦ ਗਾਉਂਦੇ ਆ ਜਿਹੜਾ ਮਹਾਰਾਜ ਨੇ ਗਾਇਆ ਸੀ। ਕਾਰਜ ਸਤ ਗੁਰ ਆਪ ਸਵਾਰਿਆ। 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 ਵਡਿਆਰ ਜਾ ਹਰ ਗੋਬਿੰਦ ਕੀ। 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 ਸੁਖ ਮੰਗਲ ਕਲਿਆਣ ਵਿਚਾਰਿਆ। ਸੁਖ ਮੰਗਲ ਕਲਿਆਣ ਵਿਚਾਰਿਆ। ਕਾਰਜ ਸਤ ਗੁਰ ਆਪ ਸਵਾਰਿਆ। ਕਾਰਜ ਸਤ ਗੁਰ ਕਹਿੰਦੇ ਆ ਜਿਤ ਕਿਤ ਪੂਰਨ ਮੋਦ ਮਹਾ ਚਿਤ। ਗਾਏ ਸ਼ਬਦ ਪਦ ਗੁਰੂ ਮਨਾਏ। ਸੰਗਤਾਂ ਸ਼ਬਦ ਗਾ ਰਹੀਆਂ ਨੇ, ਗੁਰੂ ਨੂੰ ਮਨਾ ਰਹੀਆਂ, ਭਾਵ ਸਤਿਗੁਰਾਂ ਨੂੰ ਚੇਤੇ ਕਰਨ ਦਈਆਂ, ਗੁਰੂ ਨਾਨਕ ਸਾਹਿਬ ਜੀ ਨੂੰ। ਹਾਂਜੀ, ਬਹੁ ਨਰ ਨਾਰ ਸ਼ਿੰਗਾਰ ਧਾਰ ਕਰ। ਬਹੁਤ ਮਨੁੱਖ ਤੇ ਇਸਤਰੀਆਂ ਐ ਟੌਰ ਕੱਢ ਕੇ ਨਵੇਂ ਨਵੇਂ ਕੱਪੜੇ ਪਾ ਕੇ ਸ਼ਿੰਗਾਰ ਕਰਕੇ ਮਿਲੇ ਵਡਾਲੀ ਮਹਿ ਤੇ ਸਮੁਦਾਏ। ਇਕੱਠੇ ਹੋ ਕੇ ਲਾਗੇ ਲਾਗੇ ਪਿੰਡਾਂ ਦੇ ਲੋਕ ਵਡਾਲੀ, ਗੁਰੂ ਕੀ ਵਡਾਲੀ ਵਿੱਚ ਆ ਰਹੇ ਨੇ ਜੀ। ਹਾਂਜੀ, ਗ੍ਰਾਮ ਅਲਪ ਉਤਸਵ ਅਤ ਬਰਧਿਓ। ਪਿੰਡ ਤੇ ਛੋਟਾ ਜਿਹਾ ਹੀ ਹੈ ਨਾ, ਛੋਟਾ ਜਿਹਾ ਪਿੰਡ ਹੈ, ਅੱਜ ਵੀ ਬਾਹਲਾ ਵੱਡਾ ਨਹੀਂ ਹੈ। ਤੇ ਕਹਿੰਦੇ ਆ ਗ੍ਰਾਮ ਅਲਪ ਉਤਸਵ ਅਤ ਬਰਧਿਓ। ਪਿੰਡ ਤੇ ਛੋਟਾ ਜਿਹਾ ਹੀ ਹੈ। ਕਵੀ ਸੰਤੋਖ ਸਿੰਘ ਕਹਿੰਦੇ ਪਰ ਚਾਅ ਬੜੇ ਬੜੇ ਵੱਡੇ ਹੋ ਰਹੇ ਨੇ ਉੱਥੇ। ਖੁਸ਼ੀ ਬੜੀ ਵੱਡੀ ਆ ਗਈ ਦੀ ਛੋਟੇ ਜਿਹੇ ਪਿੰਡ 'ਚ। ਹਾਂਜੀ, ਚਾਹੂੰ ਕੋਦ ਬਹੁ ਮੋਦ ਬਿਥਾਰ। ਚਾਰੇ ਪਾਸੇ ਖੁਸ਼ੀਆਂ ਹੀ ਪਸਰ ਗਈਆਂ। ਕਹਿਣ ਲੱਗੇ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਗੁਰੂ ਕੀ ਵਡਾਲੀ ਵਿੱਚ। ਗ੍ਰਾਮ ਨਗਰ ਮਹਿ ਸੁਨ ਸਿੱਖ ਸੇਵਕ ਮਿਲ ਮਿਲ ਕਰਹਿ ਮੰਗਲ ਚਾਰ। ਫਿਰ ਪਿੰਡ ਦੇ ਵਿੱਚ ਸਿੱਖ ਸਿੱਖਣੀਆਂ ਸਾਰੇ ਮਿਲ ਕੇ ਮੰਗਲ ਚਾਰ ਕਰਨ ਲੱਗ ਪਏ, ਖੁਸ਼ੀਆਂ ਮਨਾਉਣ ਲੱਗ ਪਏ। ਖੁਸ਼ੀਆਂ ਵਿੱਚ ਆ ਕੇ ਪਦਾਰਥ ਬਣਾਉਣ ਲੱਗ ਪਏ ਜੀ। ਸੰਗਤਾਂ ਬਾਹਰੋਂ ਆ ਰਹੀਆਂ ਨੇ ਨਾ, ਉਹ ਪਿੰਡ ਦੇ ਲੋਕ ਹੀ ਪਦਾਰਥ ਛਕਾਉਂਦੇ ਆ। ਹੁਣ ਵੀ ਗੁਰੂ ਕੀ ਵਡਾਲੀ ਵਾਲਿਆਂ ਦੇ ਹਿੱਸੇ ਇਹ ਗੱਲ ਆਈ ਹੈ। ਜਦੋਂ ਮਹਾਰਾਜ ਦਾ ਗੁਰਪੁਰਬ ਹੁੰਦਾ ਹੈ ਨਾ ਜੀ, ਉੱਥੇ ਪਿੰਡ ਵਾਲੇ ਬਾਹਲਾ ਲੰਗਰ ਲਾਉਂਦੇ ਆ ਜੀ। ਤੁਹਾਡੇ ਚੋਂ ਜੇ ਕੋਈ ਗਿਆ ਹੋਵੇ ਗੁਰਪੁਰਬ ਤੇ ਉਹਨੂੰ ਪਤਾ ਹੋਏਗਾ ਜੀ। ਹਾਂਜੀ,
ਪ੍ਰਿਥੀਏ ਕੀ ਦਾਸੀ ਸੁਨ ਧਾਈ, ਕੀਨਸ ਕਰਮੋ ਨਿਕਟ ਉਚਾਰ। ਉਹ ਹਰ ਪਾਸੇ ਤੇ ਖੁਸ਼ੀਆਂ ਨੇ, ਪਰ ਪ੍ਰਿਥੀਆ ਤੇ ਬੀਬੀ ਕਰਮੋ ਤੇ ਇਸ ਗੱਲੋਂ ਖੁਸ਼ ਸਨ ਵੀ ਗੁਰੂ ਅਰਜਨ ਸਾਹਿਬ ਘਰ ਧੀ ਪੁੱਤ ਹੋਣਾ ਹੀ ਨਹੀਂ ਹੈ। ਪਰ ਪ੍ਰਿਥੀਏ ਦੀ ਦਾਸੀ ਨੂੰ ਜਦੋਂ ਪਤਾ ਲੱਗਾ, ਉਹ ਭੱਜ ਕੇ ਗਈ ਤੇ ਜਾ ਕੇ ਕਰਮੋ ਨੂੰ ਦੱਸਿਆ। ਗੁਰ ਅਰਜਨ ਕੇ ਜਨਮਿਓ ਨੰਦਨ, ਜਹ ਕਹਿ ਹੋਏ ਰਹਿਓ ਜੈਕਾਰ। ਜਾ ਕੇ ਦੱਸਿਆ, ਕਹਿਣ ਲੱਗੀ ਬੀਬੀ ਜੀ ਤੁਸੀਂ ਇੱਥੇ ਬੈਠੇ ਚ, ਉਧਰ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤ ਪੈਦਾ ਹੋਇਆ। ਕਹਿਣ ਲੱਗੀ ਪੁੱਤਰ ਦਾ ਜਨਮ ਹੋਇਆ, ਉਥੇ ਤੇ ਜੈ ਜੈਕਾਰਾਂ ਹੋ ਰਹੀਆਂ ਨੇ। ਹਾਂਜੀ। ਗੁਰ ਕੇ ਓਕ ਬਹੀਨ ਰੋਕ, ਜੇ ਕੀਨ ਬੇਲੋਕਨ ਸੋ ਕਹਿ ਬੈਨ। ਹਾਂਜੀ। ਮੰਦਰ ਕੇ ਅੰਦਰ ਸਿਸ ਸੁੰਦਰ, ਦੇਖਤ ਰਹੀ ਨਾ ਤ੍ਰਿਪਤੈ ਨੈਣ। ਕਹਿਣ ਲੱਗੀ ਮੇਰੀਆਂ ਨਾਲ ਦੀਆਂ ਗਈਆਂ ਸਨ, ਉਹਨਾਂ ਪਤਾ ਕੀਤਾ ਜਿਹੜੀਆਂ ਅੰਦਰ ਗਈਆਂ ਨੇ ਨਾ ਬੀਬੀਆਂ ਅੰਮ੍ਰਿਤਸਰੋਂ, ਉਹ ਜਾ ਕੇ ਵੇਖ ਕੇ ਆਈਆਂ। ਉਹ ਗੱਲਾਂ ਕਰਦੀਆਂ ਬਾਲਕ ਬਹੁਤਾ ਹੀ ਸੋਹਣਾ ਹੈ, ਬਾਲਕ ਬਹੁਤ ਹੀ ਸੋਹਣਾ ਹੈ। ਹਾਂਜੀ। ਅਧਿਕ ਸਰਾਹਤ ਹਿਰਦਾ ਉਮਾਹਤ। ਉਹ ਤੇ ਇਹ ਦੱਸਦੀਆਂ ਨੇ ਆ ਕੇ ਵੀ ਇੰਨਾ ਸੋਹਣਾ ਬਾਲਕ ਹੈ, ਵੇਖਣ ਦਾ ਬਾਰ-ਬਾਰ ਜੀ ਕਰਦਾ ਹੈ। ਉਹ ਤੇ ਬੜੀਆਂ ਸਿਫਤਾਂ ਬਾਲਕ ਦੀਆਂ ਕਰਨ ਦਈਆਂ ਨੇ। ਹਾਂਜੀ। ਚਾਹਤ ਚਿਤ ਹਿਤ ਤੇ ਪਛਰੈ ਨਾ। ਉਹ ਤੇ ਕਹਿੰਦੀਆਂ ਨੇ ਸਾਡਾ ਇੰਨਾ ਜ਼ਿਆਦਾ ਦਰਸ਼ਨ ਕਰ ਕਰ ਆਨੰਦ ਬਣਦਾ ਸੀ, ਸਾਡਾ ਰਾਮਦਾਸਪੁਰ ਵਾਪਸ ਆਉਣ ਦਾ ਜੀ ਨਹੀਂ ਸੀ ਕਰਦਾ। ਉੱਥੇ ਇੰਨੀਆਂ ਖੁਸ਼ੀਆਂ ਨੇ, ਏਡਾ ਸੋਹਣਾ ਬਾਲਕ ਦਾ ਜਨਮ ਹੋਇਆ। ਹੋਤ ਆਨੰਦ ਬੇਲੰਦ ਵਡਾਲੀ, ਦੇਨ ਲੈਨ ਬਹੁ ਹੈ ਤਿੰਨ ਐਨ। ਗੁਰੂ ਕੀ ਵਡਾਲੀ ਵਿੱਚ ਬੜਾ ਹੀ ਆਨੰਦ ਹੋ ਰਿਹਾ ਹੈ, ਖੂਬ ਲੈਣ ਦੇਣ ਹੋ ਰਿਹਾ ਹੈ, ਆਨੰਦ ਮੰਗਲ ਹੋਏ ਪਏ ਨੇ ਉੱਥੇ। ਬਾਹੋ ਸੰਗਤ ਉਤਸ਼ਾਹਤ ਗਮਨਤ, ਸਦਨ ਗੁਰੂ ਅਰਜਨ ਕੇ ਜਾਏ। ਦਾਸੀ ਬੀਬੀ ਕਰਮੋ ਜੀ ਨੂੰ ਦੱਸ ਰਹੀ ਹੈ, ਕਹਿਣ ਲੱਗੀ ਤੁਸੀਂ ਰੋਕਾਂ ਲਾਉਣ ਦੀ ਕੋਸ਼ਿਸ਼ ਕਰਦੇ ਸੀ, ਉਧਰ ਤੇ ਬੜੇ ਹੀ ਲੋਕ ਜਾ ਰਹੇ ਨੇ, ਬੜੇ ਹੀ ਲੋਕ ਜਾ ਰਹੇ ਆ। ਹਾਂਜੀ। ਦਿਨ ਪ੍ਰਤ ਅਧਿਕ ਪ੍ਰਤਾਪ ਵਧਤ ਤਿਨ। ਸੱਚ ਤੇ ਸੱਚ ਹੀ ਰਹਿਣਾ ਹੈ ਨਾ, ਦਾਸੀ ਦੱਸ ਰਹੀ ਹੈ ਬੀਬੀ ਕਰਮੋ ਨੂੰ। ਕਹਿਣ ਲੱਗੀ ਉਧਰ ਤੇ ਦਿਨੋਂ ਦਿਨ ਹੀ ਪ੍ਰਤਾਪ ਵਧਿਆ ਗੁਰੂ ਅਰਜਨ ਸਾਹਿਬ ਜੀ ਦਾ, ਦਿਨੋਂ ਦਿਨ ਹੀ ਪ੍ਰਤਾਪ ਵਧਿਆ। ਅਨਗਨ ਧਨ ਜਸ ਕੋ ਉਪਜਾਏ। ਤੇ ਮਾਇਆ ਦੀ ਵੀ ਕਮੀ ਨਹੀਂ ਤੇ, ਮਾਇਆ ਕਿੰਨੀ ਕੁ ਆ ਰਹੀ ਹੈ ਇਹਦਾ ਵੀ ਨਹੀਂ ਪਤਾ ਲੱਗ ਰਿਹਾ। ਹਾਂਜੀ। ਨਿਕਸੇ ਰਾਮਦਾਸਪੁਰ ਜਬ ਤੇ, ਭਏ ਨਾ ਘਟ ਐਸ਼ਵਰਜ ਵਧਾਏ। ਕਹਿਣ ਲੱਗੀ ਦਾਸੀ ਨੇ ਫਿਰ ਮਨ ਖੋਲ ਕੇ ਗੱਲਾਂ ਕਰ ਹੀ ਦਿੱਤੀਆਂ। ਦਾਸੀ ਕਹਿਣ ਲੱਗੀ ਜਦੋਂ ਦੇ ਗੁਰੂ ਅਰਜਨ ਸਾਹਿਬ ਉਸ ਪਾਸੇ ਨੂੰ ਗਏ ਆ, ਰਾਮਦਾਸਪੁਰ ਉਹਨਾਂ ਛੱਡਿਆ, ਸੱਚ ਤੇ ਹੈ ਉਹਨਾਂ ਨੂੰ ਘਾਟਾ ਨਹੀਂ ਪਿਆ, ਉਹਨਾਂ ਨੂੰ ਵਾਧੇ ਹੀ ਪਏ ਨੇ ਜੀ। ਉਹ ਗੁਰੂ ਅਰਜਨ ਸਾਹਿਬ ਨੂੰ ਕਾਹਦੇ ਘਾਟੇ ਆ ਜੀ, ਉਹਨਾਂ ਦੇ ਤਾਂ ਨਾਮ ਲੈਣ ਵਾਲਿਆਂ ਨੂੰ ਨਹੀਂ ਘਾਟੇ ਪੈਂਦੇ ਜੀ ਕਦੀ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਤੁਮਰੇ ਨਰ ਕੁਸ਼ ਥੋਰੇ ਆਵੈ, ਤਹਾਂ ਉਪਾਇਨ ਬਹੁਤੀ ਆਏ। ਦਾਸੀ ਵੀ ਪੂਰੀਆਂ ਗੱਲਾਂ ਬਣਾ ਬਣਾ ਦੱਸੇ ਨਾ। ਕਹਿਣ ਲੱਗੀ ਤੁਹਾਡੇ ਵੱਲ ਆਉਂਦੇ ਚ ਥੋੜੇ ਲੋਕ, ਤਹਾਂ ਉਪਾਇਨ ਬਹੁਤੀ ਆਏ, ਪਰ ਉਧਰ ਲੋਕ ਵੀ ਬੜੇ ਜਾਂਦੇ ਤੇ ਚੜਾਵੇ ਵੀ ਬੜੇ ਚੜਦੇ ਚ, ਤੁਹਾਡੇ ਵੱਲ ਤੇ ਆਉਂਦਾ ਹੀ ਕੋਈ ਨਹੀਂ। ਕਹਿਣ ਲੱਗੀ ਥੋੜੇ ਜਿਹੇ ਆਉਂਦੇ ਆ। ਹਾਂਜੀ। ਦਲ ਕਿਉ ਰਿਦ ਦਾਸੀ ਤੇ ਸੁਨ ਕਰ, ਮਾਨੋ ਹੋ ਸਰਪ ਨੇ ਡਸੀ ਦੋਖੰਤ। ਉਹ ਈਰਖਾ ਸੀ ਨਾ, ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਨੇ, ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਆ, ਉਹ ਦਾਸੀ ਕੋਲੋਂ ਸੁਣ ਕੇ ਬੀਬੀ ਕਰਮੋ ਜੀ ਦਾ ਹਿਰਦਾ ਫਟ ਗਿਆ, ਮਾਨੋ ਜਿਵੇਂ ਕਿਸੇ ਨੂੰ ਸੱਪ ਲੜ ਜਾਂਦਾ ਹੈ ਤਾਂ ਡਿੱਗ ਜਾਂਦਾ ਹੈ ਨਾ, ਉਹ ਹਾਲ ਹੋਇਆ ਜੀ। ਹਾਂਜੀ। ਪੀਰੀ ਪਰੀ ਧੀਰ ਔਰ ਹਰ ਕਰ, ਹੋਏ ਭੈ ਭੀਤ ਸ਼ਰੀਕ ਬਧੰਤ। ਕਹਿਣ ਲੱਗੇ ਰੰਗ ਤੇ ਪੀਲਾ ਹੀ ਪੈ ਗਿਆ ਸੁਣ ਕੇ। ਚਿਹਰਾ ਹੀ ਦੱਸ ਦਿੰਦਾ ਜੀ ਕਿਹੜਾ ਖੁਸ਼ ਹੋਇਆ ਕਿਹੜਾ ਨਹੀਂ ਹੋਇਆ ਜੀ, ਚਿਹਰਾ ਬੜਾ ਕੁਝ ਦੱਸਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦੀ ਵਸਤੂ ਵੇਖ ਕੇ ਕੋਈ ਖੁਸ਼ ਹੋਇਆ ਜਾਂ ਉੱਤੋਂ ਉੱਤੋਂ ਹੀ ਖੁਸ਼ ਹੋਣ ਦਾ ਯਤਨ ਕਰਨ ਦਿਆ, ਸਾਰੀ ਗੱਲ ਦਾ ਪਤਾ ਲੱਗ ਜਾਂਦਾ ਜੀ। ਉਹ ਸਾਧ ਸੰਗਤ ਦੀ ਪੀਲੀ ਪੈ ਗਈ ਜੀ ਬੀਬੀ ਕਰਮੋ ਜੀ,
ਹਿਰਦੇ ਤੋਂ ਧੀਰਜ ਚਲੇ ਗਿਆ। ਹਾਂਜੀ। ਬਾਹਿਓ ਜਾਤ ਚਿਤ ਚਿੰਤਾ ਸਲਿਤਾ ਖਾਨ ਪਾਨ ਕੁਛ ਤਨਕ ਕਰੰਤ। ਥੋੜਾ ਹੀ ਖਾਵੇ, ਥੋੜਾ ਹੀ ਖਾਵੇ, ਹਿਰਦੇ 'ਚ ਚਿੰਤਾ ਵੱਧ ਗਈ। ਵੇਖ ਲਓ, ਉਹ ਗੁਰੂ ਸਾਹਿਬ ਨੇ ਬੇਬੇ ਕਰਮੋ ਜੀ ਦਰਸ਼ਨ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਹਰੀ ਤੌਰ ਤੇ ਭਰਜਾਈ ਜੀ ਹਨ ਜੀ ਇਹ। ਹਾਂਜੀ, ਜਿੰਨੀਆਂ ਮਰਜ਼ੀ ਬਖਸ਼ਿਸ਼ਾਂ ਮੇਰਾਂ ਲਈ ਜਾਂਦੇ ਜੀ। ਦੁਰਬਲਤਾ ਅੰਗਨ ਭਈ ਸਗਰੇ ਉਸ਼ਨ ਸਾਸ ਬਹੁ ਬਾਰ ਪਰੰਤ। ਸਾਰੇ ਅੰਗ ਦੁਰਬਲ ਜੇ ਹੋ ਗਏ ਹੈ, ਲੰਮੇ ਲੰਮੇ ਸਾਹ ਲੈਣ ਲੱਗ ਪਏ, ਖਾਣਾ ਪੀਣਾ ਘੱਟ ਕਰਤਾ, ਬੋਲਿਆ ਨਾ ਕਰਨ ਜੀ। ਜਦੋਂ ਬੰਦਾ ਚਿੰਤਤ ਹੋਵੇ ਨਾ ਈਰਖਾ ਵਿੱਚ, ਫਿਰ ਉਹਦਾ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਚ ਕਰਦਾ, ਜਦੋਂ ਈਰਖਾ ਤੰਗ ਕਰਦੀ ਬੰਦੇ ਨੂੰ ਜੀ। ਹਾਂਜੀ। ਭਾਈ ਰਾਤ ਪਤ ਆਏ ਸਮੀਪੀ ਮਨ ਸੰਕਟ ਕੋ ਭਨਤ ਕਰਾਲ। ਰਾਤ ਨੂੰ ਫਿਰ ਬੇਬੇ ਕਰਮੋ ਬਾਬੇ ਪ੍ਰਿਥੀਏ ਕੋਲ ਗਈ ਜੀ। ਬੜਾ ਉਹਦਾ ਮਨ ਦੁਖੀ। ਬਾਬਾ ਪ੍ਰਿਥੀਆ ਕਹਿੰਦਾ ਕੀ ਗੱਲ ਚੁੱਪ ਕਰਕੇ ਬੈਠੀ ਐ? ਹਾਂਜੀ। ਹੇ ਗੁਰ ਸੁਤ ਤੁਮ ਬਾਕ ਬਖਾਨਿਓ। ਕਹਿਣ ਲੱਗੇ ਗੁਰੂ ਰਾਮਦਾਸ ਜੀ ਦੇ ਪੁੱਤਰ ਜੀ, ਤੁਸੀਂ ਤੇ ਮੈਨੂੰ ਕੁਝ ਹੋਰ ਕਿਹਾ ਸੀਗਾ। ਸ਼੍ਰੀ ਅਰਜਨ ਕੇ ਹੋਏ ਨਾ ਬਾਲ। ਤੁਸੀਂ ਕਿਹਾ ਸੀ ਕੋਈ ਬਾਲ ਨਹੀਂ ਜਨਮਣਾ ਉਧਰ। ਹਾਂਜੀ। ਅਬ ਜਨਮਿਓ ਸੁੰਦਰ ਸਮ ਚੰਦ ਹੈ। ਪਰ ਮੈਂ ਸੁਣਿਆ ਪੁੱਤਰ ਦਾ ਵੀ ਜਨਮ ਹੋਇਆ, ਉਹ ਵੀ ਚੰਦ ਵਰਗੇ। ਐਡੇ ਸੋਹਣੇ ਪੁੱਤਰ ਦਾ ਜਨਮ ਹੋਇਆ। ਸਗਰੀ ਕਰਹਿ ਸਰਾਹਨ ਬਾਲ। ਉਧਰ ਤੇ ਜਿੰਨੀਆਂ ਇਧਰੋਂ ਇਸਤਰੀਆਂ ਗਈਆਂ ਦਰਸ਼ਨ ਕਰਨ, ਸਾਰੀਆਂ ਸਿਫਤਾਂ ਹੀ ਬੜੀਆਂ ਕਰਦੀਆਂ ਉਸ ਪੁੱਤ ਦੀਆਂ, ਵੀ ਪੁੱਤ ਹੀ ਬੜਾ ਸੋਹਣਾ ਹੈ ਉਹ। ਹਾਂਜੀ। ਅਧਿਕ ਉਪਾਇਨ ਚੜ੍ਹੈ ਦਰਬ ਬਹੋ। ਉਧਰ ਚੜਾਵੇ ਵੀ ਬੜੇ ਚੜਨ ਦਏ ਆ, ਪੂਰੀਆਂ ਫੁੱਲ ਕਹਿਣ ਲੱਗੇ ਪੇਟਾਵਾਂ ਵੀ ਆ ਰਹੀਆਂ ਹਨ। ਤਿਨ ਦੇ ਮੰਗਤ ਕਏ ਨਿਹਾਲ। ਉਥੋਂ ਦੇ ਤੇ ਮੰਗਤੇ ਵੀ ਨਿਹਾਲ ਹੋਏ ਪਏ ਆ। ਗੱਜ ਕੇ ਆਖੋ ਇਹਦੇ ਚ ਕੋਈ ਸ਼ੱਕ ਨਹੀਂ ਹੈ। ਆਪਾਂ ਜਿੰਨੇ ਬੈਠੇ ਆ ਗੁਰੂ ਘਰ ਦੇ ਮੰਗਤੇ ਬੈਠੇ ਆ ਜੀ। ਕੋਈ ਦਾਤਾ ਤਾਂ ਨਹੀਂ ਬੈਠਾ ਜੀ ਇੱਥੇ, ਸਭ ਮੰਗਤੇ ਆ ਜੀ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਭ ਅਸੀਂ ਗੁਰੂ ਘਰੋਂ ਮੰਗਣ ਵਾਲੇ ਗੁਰੂ ਸਾਹਿਬ ਦੇ ਮੰਗਤੇ ਆ। ਤੇ ਬਿਲਕੁਲ ਇਮਾਨਦਾਰੀ ਨਾਲ ਦੱਸਿਓ ਮਹਾਰਾਜ ਨੇ ਸਾਨੂੰ ਨਿਹਾਲ ਕੀਤਾ ਕਿ ਨਹੀਂ ਕੀਤਾ ਜੀ। ਹਾਂਜੀ। ਕਿਸੇ ਚੀਜ਼ ਦੀ ਥੁੜ ਤੇ ਨਹੀਂ ਨਾ ਜੀ ਹੈਗੀ ਜੀ। ਬੀਬੀ ਕਰਮੋ ਜੀ ਕਹਿਣ ਲੱਗੇ ਉਹਨਾਂ ਦੇ ਤੇ ਮੰਗਤੇ ਵੀ ਬੜੇ ਆਨੰਦ ਚ ਨੇ। ਹਾਂਜੀ। ਅਨਕ ਰੀਤ ਕੇ ਉਤਸਵ ਹੋਵਤ ਬਜੈ ਬਧਾਈ ਆਨੰਦ ਬਿਸਾਲ। ਉੱਥੇ ਤੇ ਅਨੇਕ ਰੀਤੀਆਂ ਦੇ ਉਤਸਵ ਹੋ ਰਹੇ ਆ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਲੱਡੂ ਵੰਡੇ ਜਾ ਰਹੇ ਨੇ। ਜਹ ਕਹਿ ਸੁਜਸ ਬੇਥਾਰਿਓ ਆਪਣੋ ਜਨਮ ਲਾਭ ਲੀਨਸ ਇਸ ਕਾਲ। ਕਹਿਣ ਲੱਗੀ ਉਹਨਾਂ ਨੇ ਤੇ ਆਪਣੀਆਂ ਸਿਫਤਾਂ ਦੇ ਡੰਕੇ ਵਜਾਏ ਆ, ਉਹਨਾਂ ਨੇ ਤੇ ਜਨਮ ਦਾ ਲਾਭ ਲਿਆ ਹੀ। ਹਾਂਜੀ। ਬਸਿਓ ਗ੍ਰਾਮ ਸੋ ਤੁਮ ਪਿਤ ਕੇ ਪੁਰ ਤਉ ਨਾ ਸਮਤਾ ਭੀ ਤਿਸ ਨਾਲ। ਭਾਵੇਂ ਤੁਸੀਂ ਇਸ ਸਮੇਂ ਪੂਰੇ ਨਗਰ ਦੇ ਮਾਲਕ ਬਣ ਕੇ ਬੈਠੇ ਚ, ਪਰ ਤੁਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਕਹਿਣ ਲੱਗੇ ਆਪਣੇ ਘਰ ਵਾਲੇ ਨੂੰ ਗੱਲਾਂ ਕਰ ਰਹੀ ਜੀ। ਕਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪ ਰੱਬ, ਆਪ ਪਰਮੇਸ਼ਰ ਜੀ। ਹਾਂਜੀ। ਬਚਨ ਕੂਰ ਪੁਨ ਭਏ ਤੁਮਹਾਰੇ। ਤੁਹਾਡੇ ਬਚਨ ਝੂਠੇ ਹੋ ਗਏ। ਕਹਿਣ ਲੱਗੀ ਕੋਈ ਬਚਨ ਤੁਹਾਡਾ ਸੱਚਾ ਨਹੀਂ ਹੋਇਆ। ਮੈਂ ਝੂਰਤ ਹੇਰਤ ਅਸਹਾਲ। ਝੂਰਨ ਮੈਂ ਰਹੀ ਹਾਂ। ਕਹਿਣ ਲੱਗੀ ਬੀਬੀ ਕਰਮੋ ਜੀ ਕਹਿ ਰਹੇ। ਹਾਂਜੀ। ਪ੍ਰਿਥੀਏ ਭਨਿਓ ਜਥਾ ਸੁਨ ਲੀਨਸ ਗਈ ਬ੍ਰਿਧ ਢਿਗ ਨਗਨ ਸੋ ਪਾਏ। ਪ੍ਰਿਥੀਏ ਭਨਿਓ ਜਥਾ ਸੁਤ ਲੀਨਸ। ਕਹਿਣ ਲੱਗੇ ਮੈਨੂੰ ਪਤਾ ਹੈ ਜਿਵੇਂ ਪੁੱਤਰ ਲਿਆ ਉਹਨਾਂ ਨੇ। ਪ੍ਰਿਥੀਆ ਜੀ ਨੇ ਕਿਹਾ ਵੀ ਬਾਬਾ ਬੁੱਢਾ ਸਾਹਿਬ ਕੋ ਨੰਗੇ ਪੈਰ ਗਏ ਸੀ। ਕਹਿਣ ਲੱਗੇ ਹਾਂਜੀ। ਦੇਖ ਸੇਵ ਜਿਸਨੇ ਬਾਰ ਦੀਨਸ, ਦੇਖ ਸੇਵ ਤਿਸਨੇ ਬਾਰ ਦੀਨਸ। ਤੇ ਬਾਬਾ ਜੀ ਨੇ ਖੁਸ਼ ਹੋ ਕੇ ਸੇਵਾ ਤੋਂ ਵਰ ਦਿੱਤਾ ਉਹਨਾਂ ਨੂੰ। ਹਾਂਜੀ। ਜਾਂ ਤੇ ਪੁੱਤਰ ਲਿਓ ਹਰ ਖਾਏ। ਇਸ ਕਰਕੇ ਪੁੱਤਰ ਮਿਲਿਆ ਉਹਨਾਂ ਨੂੰ। ਕਹਿਣ ਲੱਗੇ ਹੁਣ ਚਲਾਕੀ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਮੋਹੇ ਬਾਕ ਨਹਿ ਝੂਠ ਵਿਚਾਰੋ ਅਪਰ ਜਤਨ ਤੇ ਕਿਉਂ ਹੋ ਨਾ ਪਾਏ। ਮੇਰੇ ਬਚਨ ਸੱਚ ਨੇ। ਗੱਲ ਸੁਣ ਲਾ। ਕਹਿਣ ਲੱਗੇ ਮੇਰੀਆਂ ਗੱਲਾਂ ਸੱਚ ਨੇ ਤੇ ਬਾਬੇ ਬੁੱਢੇ ਨੇ ਮਿਹਰ ਕੀਤੀ ਹੈ।
ਗੱਲ ਤੇ ਪੁੱਤਰ ਹੋਣ ਦੀ ਹੈਗੀ ਜੀ। ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਹੈ ਜੀ। ਹਾਂਜੀ, ਪਰ ਕਹਿਣ ਲੱਗੇ ਮੇਰੀਆਂ ਗੱਲਾਂ ਝੂਠੀਆਂ ਨਹੀਂ ਹੈਗੀਆਂ ਜੀ। ਬੰਦਾ ਅੜੀਅਲ ਤੇ ਜਿੱਦਲ ਬੰਦਾ ਜਿਹੜਾ ਹੁੰਦਾ ਨਾ ਜੀ, ਉਹ ਆਪਣੀ ਗੱਲ ਪਤਾ ਵੀ ਆ ਉਹਨੂੰ ਵੀ ਗੱਲ ਫਿਰ ਗਈ ਹੈ, ਪਰ ਮੈਂ ਨਾ ਮੰਨੂ, ਉਹਨੇ ਮੰਨਣੀ ਨਹੀਂ ਗੱਲ ਜੀ। ਬਸ ਉਹ ਬਾਬਾ ਪ੍ਰਿਥੀਆ ਜੀ ਕਹਿੰਦੇ ਲੈ ਇਹਦੇ 'ਚ ਕੀ ਹੈ, ਉਹ ਤੇ ਬਾਬਾ ਬੁੱਢਾ ਜੀ ਨੇ ਦਿੱਤੀ ਕਹਿਣ ਲੱਗੇ। ਹਾਂਜੀ, ਸ਼੍ਰੀ ਨਾਨਕ ਸੇਵਕ ਨੇ ਦੀਨੋ, ਜਿਸ ਕੋ ਪਾਏ ਨਾ ਸਕਹਿ ਮਿਟਾਏ। ਕੁਝ ਸਮੇਂ ਬਾਅਦ ਚੁੱਪ ਹੋ ਕੇ ਕਹਿਣ ਲੱਗੇ ਕਰੀਏ ਕੀ, ਬਾਬਾ ਬੁੱਢਾ ਜੀ ਦੀ ਗੱਲ ਤੇ ਗੁਰੂ ਨਾਨਕ ਸਾਹਿਬ ਜੀ ਵੀ ਨਹੀਂ ਮੋੜਦੇ ਕਹਿਣ ਲੱਗੇ। ਗੁਰੂ ਨਾਨਕ ਸਾਹਿਬ ਦੇ ਸੇਵਕ ਨੇ, ਉਹਨਾਂ ਦਾ ਕਿਹਾ ਕੌਣ ਮੇਟ ਸਕਦਾ ਕਹਿਣ ਲੱਗੇ। ਹਾਂਜੀ, ਬੜੇ ਪੁਰਖ ਨਿਜ ਸੇਵਾ ਹੀਰੈ, ਵਸਤ ਅਦੇ ਜੋ ਦੇਤ ਕਿਰਪਾਲ। ਵੱਡਿਆਂ ਦਾ ਕਹਿੰਦੇ ਸੁਭਾਅ ਹੁੰਦਾ, ਜਦੋਂ ਸੇਵਾ ਵੇਖਦੇ ਫਿਰ ਉਹ ਵਸਤੂ ਦਿੰਦੇ ਕੋਈ ਨਾ ਕੋਈ। ਹਾਂਜੀ, ਜਗ ਗੁਰ ਨੁਖਾ ਪਗਨ ਤੇ ਗਮਨੀ, ਬਿਨ ਪਨਹੀ ਸਿਰ ਭਾਰ ਉਠਾਲ। ਕਹਿੰਦੇ ਬਾਬਾ ਜੀ ਨੇ ਵੀ ਵੇਖਿਆ ਵੀ ਗੁਰੂ ਰਾਮਦਾਸ ਜੀ ਦੀ ਨਹੁੰ ਹੈ, ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ, ਉਹਨਾਂ ਦੀ ਨਹੁੰ ਹੈ, ਨੰਗੇ ਪੈਰ ਆਈ ਹੈ। ਬਾਬਾ ਜੀ ਨੇ ਖੁਸ਼ ਹੋ ਕੇ ਭਜਨ ਕਰਤਾ ਕਹਿਣ ਲੱਗੇ। ਹਾਂਜੀ, ਸਕਲ ਟਹਿਲ ਆਪਣੇ ਕਰ ਕੀਨਸ, ਸ਼ਰਮਤ ਭਈ ਹੋਏ ਦੇਖ ਵਿਸਾਲ। ਇਸ ਉਪਾਏ ਤੇ ਨੰਦਨ ਪ੍ਰਾਪਤ, ਨਹਿਤਾ ਮਮ ਬਚ ਸਹਿ ਕਰਾਲ। ਕਹਿਣ ਲੱਗੇ ਉਹ ਤੇ ਗੰਗਾ ਜੀ ਬਾਬਾ ਬੁੱਢਾ ਸਾਹਿਬ ਕੋ ਚਲੇ ਗਏ ਤੇ ਬਾਬਾ ਜੀ ਨੇ ਬਚਨ ਕਰਤਾ, ਨਹੀਂ ਤੇ ਮੇਰੇ ਬਚਨ ਝੂਠੇ ਨਹੀਂ ਸੀ ਹੈਗੇ ਕਹਿਣ ਲੱਗੇ, ਨਹੀਂ ਸੀ ਹੋਣਾ ਕਹਿਣ ਲੱਗੇ। ਉਹਨਾਂ ਨੂੰ ਆਪਣੇ ਜਪ ਤਪ ਤੇ ਸੀਗਾ ਵੀ ਮੈਂ ਵੀ ਗੁਰੂ ਦਾ ਪੁੱਤਰ ਹਾਂ, ਸੇਵਾ ਕਰਦਾ, ਸਿਮਰਨ ਕਰਦਾ, ਮੇਰੀ ਗੱਲ ਵੀ ਨਹੀਂ ਝੂਠੀ ਹੋ ਸਕਦੀ। ਪਰ ਕਹਿੰਦੇ ਕਰੀਏ ਕੀ, ਬਾਬਾ ਬੁੱਢਾ ਜੀ ਦੀ ਗੱਲ ਨੂੰ ਤੇ ਮੋੜਦਾ ਹੀ ਕੋਈ ਨਹੀਂ, ਪਰਮੇਸ਼ਰ ਨਹੀਂ ਮੋੜਦਾ। ਭਇਓ ਪੁੱਤਰ ਤੋ ਕਿਆ ਅਬ ਹੋਇਓ। ਕਹਿੰਦੇ ਫਿਰ ਕੀ ਜੇ ਪੁੱਤਰ ਹੋ ਗਿਆ ਤੇ। ਹਾਂਜੀ, ਹਿਰਦੇ ਹਮਾਰੇ ਸੱਲਿਆ ਸਮਾਨ। ਇਹ ਸਮਝ ਲੈ ਵੀ ਪੁੱਤਰ ਨਹੀਂ ਹੋਇਆ। ਪ੍ਰਿਥੀਆ ਜੀ ਕਹਿ ਰਹੇ, ਕਹਿੰਦੇ ਸਾਡੇ ਹਿਰਦੇ 'ਚ ਸੂਲ ਚੁੱਭੀ ਹੈ ਕਹਿਣ ਲੱਗੇ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਐਡੇ ਵੱਡੇ ਸੱਚੇ ਪਾਤਸ਼ਾਹ ਗਰੀਬ ਨਵਾਜ। ਹਾਂਜੀ, ਨਹੀਂ ਉਖਾਰੈ ਜਾਵਤ ਇਸਕੋ, ਤਾਵਤ ਉਪਜਤ ਕਰਕ ਮਹਾਨ। ਪ੍ਰਿਥੀਆ ਜੀ ਕਹਿੰਦੇ ਵੀ ਇਹ ਸੋਲ ਜਿੰਨਾ ਚਿਰ ਤੱਕ ਕੱਢੀ ਨਹੀਂ ਜਾਂਦੀ ਹਿਰਦਾ ਤੰਗ ਰਹੇਗਾ। ਹਾਂਜੀ, ਨੀਂਦ ਨਿਸਾ ਨਹਿ ਭੋਜਨ ਦਿਨ ਮੈਂ। ਨਾ ਨੀਂਦ ਆਉਣੀ ਹੈ ਰਾਤ ਨੂੰ, ਨਾ ਦਿਨੇ ਭੋਜਨ ਖਾਣ ਦਾ ਹੀ ਮੇਰਾ ਜੀ ਕਰਨਾ ਹੈ। ਚਿੰਤਾ ਬਦ ਹੈ ਨਈ ਨਿਤ ਆਨ। ਇਹ ਨਵੀਂ ਚਿੰਤਾ ਆ ਕੇ ਬਹਿ ਗਈ ਸਾਡੇ ਵਿੱਚ। ਜਤਨ ਬਾਨੈ ਜਿਮ ਚਿਤਵਿਤ ਰਹੋ ਤਿਮ, ਕਿਤਕ ਦਿਵਸ ਮੈਂ ਕਰਹਿ ਸੁਹਾਨ। ਕਹਿੰਦੇ ਤੂੰ ਥੋੜੇ ਦਿਨ ਰੁਕ, ਕੁਝ ਦਿਨਾਂ 'ਚ ਇਹਨੂੰ ਖਤਮ ਕਰ ਦਿਆਂਗੇ। ਵਾਹਿਗੁਰੂ। ਉਹ ਫਿਰ ਬਾਬੇ ਪ੍ਰਿਥੀਏ ਨੇ ਬੜੇ ਯਤਨ ਕਰਨੇ, ਕਦੀ ਦਾਈ ਭੇਜਣੀ, ਕਦੀ ਖਿਡਾਵੇ ਨੂੰ ਭੇਜਣਾ, ਕਦੀ ਕੁਝ ਕਰਨਾ ਜੀ। ਪਰ ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਕੈ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾ ਨਰੋਆ। ਕਿੱਥੋਂ ਗੱਲਾਂ ਸੱਚੀਆਂ ਹੋ ਜਾਣਗੀਆਂ ਉਹਨਾਂ ਦੀਆਂ। ਮਹਾਰਾਜ ਕਿਰਪਾ ਕਰਨ। ਈਰਖਾ ਦੀ ਅਗਨੀ ਬਹੁਤ ਭਿਆਨਕ ਹੈ ਜੀ। ਇਹ ਤਾਂ ਕਿਸੇ ਬੱਚੇ ਨਾਲ ਵੀ ਹੋ ਜੇ ਉਹ ਵੀ ਨਹੀਂ ਟਿਕਣ ਦਿੰਦੀ ਜੀ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਆਓ ਆਪਾਂ ਗੁਰੂ ਜੀ ਦੀ ਵਡਿਆਈ ਕਰੀਏ। ਗੁਰੂ ਅਰਜਨ ਸਾਹਿਬ ਆਪ ਪਰਮੇਸ਼ਰ ਹਨ। ਪੰਕਤੀ ਪੜ੍ਹ ਕੇ ਫਿਰ ਖਿਮਾ ਮੰਗੀਏ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਗੱਜ ਕੇ
ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਇੱਕ ਵਾਰੀ ਸਾਰੀ ਸੰਗਤ ਸਤਿਗੁਰ ਸਤਿਗੁਰ ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ ਸੁਣਾਵੈ। ਨਾਨਕ ਭਾਗ ਭਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੈ। ਅੰਦਰ ਦਾ ਧਿਆਨ ਵਾਹਿਗੁਰੂ ਜੀ ਦੇ ਨਾਲ ਜੋੜੇ। ਉਹਦੇ ਬੜੇ ਹੀ ਚੰਗੇ ਭਾਗ ਮਹਾਰਾਜ ਗੁਰੂ ਰਾਮਦਾਸ ਜੀ ਦਾ ਵਚਨ ਹੈ। ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਤੇ। ਅੱਗੋਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਤਾਪ ਕਿਵੇਂ ਵੱਧਦਾ ਜੀ। ਹਾਂਜੀ, ਬਹੁਤ ਸੋਹਣੀ ਅੱਗੇ ਇੱਕ ਕਥਾ ਹੋਣੀ ਅਪਸਰਾ ਦੀ, ਕਿਵੇਂ ਮਹਾਰਾਜ ਨੇ ਬਚਪਨ 'ਚ ਹੀ ਉਹਦਾ ਉਧਾਰ ਕਰਨਾ ਛੇਵੇਂ ਪਾਤਸ਼ਾਹ ਨੇ। ਉਹ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।